ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਣਦੀਪ, ਤੁਸੀਂ ਦੇਖ ਰਹੇ ਹੋ ਅਕਾਡਮੀ। ਅੱਜ ਆਪਾਂ ਬੈਲਟਾਂ ਦੀ ਗੱਲ ਕਰਨੀ ਆ, ਲੇਡੀਜ਼ ਲਈ, ਮੈਨਸ ਲਈ, ਇੱਕੋ ਚੀਜ਼ ਆ ਐਕਚੁਅਲੀ, ਕੋਈ ਡਿਫਰੈਂਸ ਨਹੀਂ ਆ। ਇੱਕ ਮੈਂ ਸਿੰਪਲ ਵੀਡੀਓ ਪਹਿਲਾਂ ਬਣਾਈ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਕਿਹੜਾ ਗੀਅਰ ਚਾਹੀਦਾ ਜੇ ਤੁਸੀਂ ਕਲਾਸ ਦੇ ਵਿੱਚ ਜਾਣਾ ਆ। ਪਰ ਤੁਸੀਂ ਦੇਖੋਗੇ 99% ਆਫ ਦਾ ਟਾਈਮ ਜਦੋਂ ਤੁਸੀਂ ਕਿਸੇ ਕਲਾਸ ਦੇ ਵਿੱਚ ਜਾਂਦੇ ਆ ਤੁਸੀਂ ਸਲਿਕ ਰਨ ਕਰਦੇ ਆ। ਇਹਦਾ ਮਤਲਬ ਤੁਸੀਂ ਇੱਕ ਸਿਰਫ ਬੈਲਟ ਪਾਈ ਹੁੰਦੀ ਹੈ ਇੱਦਾਂ ਦੀ, ਰਾਈਫਲ ਰੂਫਲ ਪਾਈ ਹੋਊਗੀ, ਕੋਈ ਵੈਸਟ ਨਹੀਂ ਹੋਊਗੀ, ਪਲੇਟਾਂ ਨਹੀਂ ਹੋਗੀਆਂ, ਐਰਾ ਵਗੈਰਾ ਵਗੈਰਾ, ਹੈ ਨਾ। ਆਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਮੈਂ ਜਿਹੜੀਆਂ 15 ਕੁ ਕਲਾਸਾਂ ਹੁਣ ਲਾ ਲਈਆਂ ਆ, ਇਹਨਾਂ ਦੇ ਵਿੱਚ ਕੀ ਸਿੱਖਿਆ ਆ ਕਿ ਤੁਸੀਂ ਉਹੋ ਹੀ ਨਾ ਗਲਤੀਆਂ ਕਰੋ ਜਿਹੜੀਆਂ ਅਸੀਂ ਕੀਤੀਆਂ। ਜਿੱਦਾਂ ਅਸੀਂ 1 ਘੰਟੇ ਦੀ ਹੋਸਟਰਸ ਦੀ ਵੀਡੀਓ ਬਣਾਈ ਸੀ ਨਾ ਕਿ ਕਿੱਦਾਂ ਦਾ ਹੋਸਟਰ ਖਰੀਦਣਾ ਚਾਹੀਦਾ, ਉੱਦਾਂ ਮੈਂ ਆਹ ਚੀਜ਼ ਕਰਨਾ ਚਾਹੁੰਦਾ। ਹਰ ਇੱਕ ਚੀਜ਼ ਦੀ ਤੁਹਾਨੂੰ ਪ੍ਰਾਈਸ ਵੀ ਦੱਸੂਗਾ ਅਤੇ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਮੇਰੇ ਕੋਲ ਵੀ ਨਹੀਂ ਹੈਗੀਆਂ, ਜਿਹੜੀਆਂ ਇਹ ਤੋਂ ਵਧੀਆ ਮਿਲਦੀਆਂ, ਅਤੇ ਕਿੱਥੇ ਮੈਂ ਅੱਗੇ ਜਾਊਂਗਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਦੇਖੋ ਆਹ ਮੇਰੀ ਕਰੰਟ ਰਿਗ ਆ, ਮੇਰੀ ਕਰੰਟ ਬੈਲਟ ਆ, ਇਹਨੂੰ ਮੈਂ ਬਦਲਦਾ ਰਹਿਣਾ। ਜਿੱਦਾਂ ਤੁਹਾਡੀ EDC ਬਦਲਦੀ ਆ, ਜਿੱਦਾਂ ਤੁਸੀਂ ਆਪਣੀ ਗਨ ਦੇ ਉੱਤੇ ਆਹ ਚੀਜ਼ ਲਾ ਕੇ ਉਹ ਲਾਤੀ, ਇੱਦਾਂ ਇਹ ਵੀ ਬਦਲਦੀ ਰਹਿਣੀ ਆ। ਸੋ ਹੁਣ ਮੈਂ ਆਹ ਬਣਾਉਣ ਡਿਆ ਆ ਅਤੇ ਥੋੜ੍ਹੇ ਚਿਰ 'ਚ ਇਹਨੇ ਵੀ ਬਦਲ ਜਾਣਾ, ਰਾਈਟ। ਪਿਛਲੀ ਕਲਾਸ ਤੋਂ ਹੁਣ ਦੇ ਵਿੱਚ ਇਹਦੇ ਵਿੱਚ ਵੀ ਮੈਂ ਚੀਜ਼ਾਂ ਬਦਲੀਆਂ ਆ। ਸੋ ਇੱਦਾਂ ਤੁਸੀਂ ਵੀ ਗਰੋ ਕਰਨਾ, ਜਿੱਦਾਂ ਤੁਸੀਂ ਕਲਾਸਾਂ ਲਈ ਜਾਓਗੇ, ਤੁਸੀਂ ਸਿੱਖੀ ਜਾਓਗੇ, ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡੀਆਂ ਨੀਡਸ, ਤੁਹਾਡੀਆਂ ਰਿਕੁਆਇਰਮੈਂਟਸ ਕੀ ਆ, ਅਤੇ ਉੱਦਾਂ ਹੀ ਤੁਸੀਂ ਬਦਲੀ ਜਾਇਓ, ਰਾਈਟ। ਇੱਥੇ ਹੱਥ ਇੱਦਾਂ ਸੌਖਾ ਪੈਂਦਾ ਆ, ਜੇ ਇਹਨੂੰ ਥੋੜ੍ਹਾ ਜਿਹਾ ਵਿੰਗਾ ਕਰ ਦੇਵਾਂ ਅਤੇ ਮੇਰਾ ਮੈਗਜ਼ੀਨ ਸੌਖਾ ਨਿਕਲਦਾ। ਐਗਜ਼ਾਮਪਲਸ ਮੈਂ ਤੁਹਾਨੂੰ ਸਾਰਾ ਕੁਛ ਦੱਸਦਾ ਆ। ਪਰ ਮੈਂ ਤੁਹਾਨੂੰ ਪਹਿਲਾਂ ਦਿਖਾਵਾਂ ਕਿ ਮੈਂ ਸ਼ੁਰੂਆਤ ਕਿੱਥੋਂ ਕੀਤੀ ਸੀਗੀ। ਇੱਥੋਂ ਕੀਤੀ ਸੀਗੀ ਜੀ। ਇਹ ਮੈਨੂੰ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਬੈਲਟ ਮਿਲੀ ਸੀਗੀ ਅਤੇ ਹਜੇ ਵੀ ਵਧੀਆ ਹੀ ਚੱਲਦੀ ਆ। ਪਰ ਯਾਰ ਇਹਦੇ ਨਾਲ ਗੱਲ ਨਹੀਂ ਬਣਨੀ, ਰਾਈਟ। ਨੋਰਮਲੀ ਲੋਕ ਕੀ ਕਰਦੇ ਸੀਗੇ, ਇਹਦੇ ਉੱਤੇ ਤੁਸੀਂ ਸਾਰਾ ਕੁਛ ਲਾ ਦੇਣਾ ਅਤੇ ਇਹਦੇ ਉੱਤੋਂ ਲੂਪਸ ਲਾ ਕੇ ਆਪਣੀ ਓਰੀਜਨਲ ਬੈਲਟ ਦੇ ਉੱਤੇ ਇਹਨੂੰ ਪਾ ਕੇ ਅਤੇ ਬੈਲਟ ਸੇਵਰਸ ਉਹਨੂੰ ਕਹਿੰਦੇ ਆ, ਲੂਪ ਜਿਹੇ ਹੁੰਦੇ ਆ, ਅਤੇ ਇਹਨੇ ਤੁਹਾਡੀਆਂ ਦੋਵਾਂ ਬੈਲਟਾਂ ਨੂੰ ਇਕੱਠੇ ਕਰ ਦੇਣਾ ਅਤੇ ਇੱਦਾਂ ਤੁਸੀਂ ਕੈਰੀ ਕਰਦੇ ਆ। ਬਕਵਾਸ ਆ। ਉਹ ਤੋਂ ਅੱਗੇ ਮੈਂ ਗਿਆ ਫਿਰ ਇੱਕ ਟੈਕਟਿਕਲ ਬੈਲਟ ਦੇ ਵਿੱਚ। ਇਹ ਰੈਗੂਲਰ ਪੈਂਟਾਂ ਦੇ ਵਾਸਤੇ ਟੈਕਟਿਕਲ ਬੈਲਟ ਆ, ਪਰ ਇਹਦੇ ਉੱਤੇ ਤੁਸੀਂ ਸਮਾਨ ਲਾ ਸਕਦੇ ਆ। ਫਲਾਪ ਬਹੁਤ ਆ ਇਹਦੇ ਵਿੱਚ, ਅਗੇਨ ਗਾਰਬੇਜ ਆ, ਬਿਕਾਜ਼ ਇਟਸ ਗੋਇੰ ਟੂ ਬੀ ਅ ਲੌਂਗ ਵੀਡੀਓ। ਪਰ ਜੇ ਤੁਸੀਂ ਸੈਟਅਪ ਕਰਨਾ ਚਾਹੁੰਦੇ ਆ, ਆਈ ਵਿਲ ਮੇਕ ਸ਼ੋਰ ਯੂ ਹੈਵ ਵਨ ਆਫ ਦ ਬੈਸਟ ਸੈਟਅਪਸ, ਓਕੇ। ਸੋ ਲੈਟਸ ਸੇ ਤੁਸੀਂ ਇਹਨੂੰ ਪਾਉਣਾ ਚਾਹੁੰਦੇ ਆ, ਤੁਸੀਂ ਹਰ ਕੋਈ ਚੀਜ਼ ਨੂੰ ਲਾਉਂਗੇ, ਰਾਈਟ। ਫਿਰ ਬੈਲਟ ਇੱਧਰਲੇ ਬੰਨੇ ਸ਼ੁਰੂ ਕਰੋਗੇ, ਪੈਂਟ ਦੇ ਵਿੱਚ ਪਾਉਂਗੇ ਪਹਿਲੇ ਲੂਪ ਦੇ ਵਿੱਚ, ਫਿਰ ਮੈਗਜ਼ੀਨ ਹੋਸਟਰਸ ਇੱਥੇ ਆਓਗੇ, ਪਿੱਛੇ ਜਾਓਗੇ, ਫਿਰ ਇੱਧਰ ਆਓਗੇ, ਅਤੇ ਅਗੇਨ ਡਿਪੈਂਡਸ ਕਿ ਕਿੰਨੀਆਂ ਐਕਸੈਸਰੀਜ਼ ਪਾਈਆਂ ਆ, ਪਰ ਜਿੰਨੀਆਂ ਪਾਈ ਜਾਓਗੇ ਓਨੀ ਤੁਹਾਡੀ ਜ਼ਿੰਦਗੀ ਔਖੀ ਹੋਈ ਜਾਣੀ ਆ। ਇੱਧਰਲੇ ਬੰਨੇ ਆਏ ਤਾਂ ਤੁਸੀਂ ਫਿਰ ਪਿਸਟਲ ਦਾ ਹੋਸਟਰ ਲਾਇਆ, ਅਤੇ ਫਿਰ ਬੈਲਟ ਯਾਰ ਕਿਤੇ ਬਾਥਰੂਮ ਜਾਣਾ ਪੈ ਗਿਆ, ਜਾਂ ਤੁਹਾਡੀ ਜਦੋਂ ਕੋਈ ਲੰਚ ਬ੍ਰੇਕ ਹੁੰਦੀ ਆ, ਯਾਰ ਮੈਂ ਤੁਹਾਨੂੰ ਦੱਸਾਂ 90 ਡਿਗਰੀ ਦੇ ਵਿੱਚ ਤੁਸੀਂ ਕਲਾਸ ਲੈ ਲਓ, ਤੁਸੀਂ ਠੰਡ ਦੇ ਵਿੱਚ ਲੈ ਲਓ, ਜਦੋਂ ਉਹ ਕਹਿੰਦੇ ਆ ਨਾ ਕਿ ਹਾਂ ਵੀ ਚਲੋ 10 ਮਿੰਟ ਲੈ ਲਓ, ਅੱਧਾ ਘੰਟਾ ਲੈ ਲਓ, ਸਾਹ ਲੈ ਲਓ, ਅਤੇ ਜਿੰਨਾ ਮਜ਼ਾ ਆਉਂਦਾ ਆ ਬੈਲਟ ਨੂੰ ਲਾ ਕੇ ਰੱਖਣ ਦਾ, ਅਤੇ ਥੋੜ੍ਹਾ ਜਿਹਾ ਬਸ ਸਾਹ ਲੈ ਲੈਣਾ, ਹੈ ਨਾ, ਪੈਰ ਥੋੜ੍ਹੇ ਜਿਹੇ ਰਿਲੈਕਸ ਕਰ ਲੈਣੇ, ਉਹਦੀ ਕੋਈ ਰੀਸ ਨਹੀਂ ਹੈਗੀ। ਬਸ ਇਨ ਦੈਟ ਅਲੋਨ ਇਟਸ ਵਰਥ ਇਟਸ ਮਨੀ। ਸੋ ਇਹ ਵੀ ਚੀਜ਼ ਗਾਰਬੇਜ ਆ। ਉਹ ਤੋਂ ਅੱਗੇ ਤੁਸੀਂ ਆਉਂਦੇ ਆ ਆਹ ਚੀਜ਼। ਸੋ ਆਹ ਤੁਹਾਡੀ ਬੇਅਰ ਬੇਸਿਕ ਰਿਕੁਆਇਰਮੈਂਟ ਆ। ਇਹ ਕਰਾਈਡੈਕਸ, ਆਈ ਥਿੰਕ ਦੈਟਸ ਹਾਊ ਯੂ ਸੇ ਦੇਅਰ ਨੇਮ, ਉਹਨਾਂ ਦੀ ਬੈਲਟ ਆ। ਮੈਨੂੰ ਪਸੰਦ ਨਹੀਂ ਆ ਬਿਕਾਜ਼ ਅਗੇਨ ਇਹਦੇ ਵਿੱਚ ਫਲਾਪ ਬਹੁਤ ਆ। ਇਹਦੀ ਬਿਲਡ ਕੁਆਲਿਟੀ ਇੰਨੀ ਵਧੀਆ ਨਹੀਂ ਆ, ਪਰ ਇਹ ਸਸਤੀ ਮਿਲ ਜਾਂਦੀ ਆ। $60 ਦੀ ਬੈਲਟ ਆ ਜਾਂਦੀ ਆ। ਇਹਦੇ ਉੱਤੇ ਮੌਲੀ ਲੱਗਾ ਆ, ਮੌਲੀ ਇੰਪੋਰਟੈਂਟ ਆ, ਰਾਈਟ। ਮੌਲੀ ਇਹ ਹੁੰਦਾ ਆ ਜਿਹੜੇ ਆ ਅਟੈਚਮੈਂਟ ਸਿਸਟਮ ਆ, ਜਿਹੜੀਆਂ ਲੂਪਾਂ ਜਿਹੀਆਂ ਆ ਜਿਹਦੇ ਵਿੱਚੋਂ ਤੁਸੀਂ ਚੀਜ਼ਾਂ ਕੱਢ ਸਕਦੇ ਆ। ਸੋ ਮੈਨੂੰ ਪਸੰਦ ਨਹੀਂ ਆਈ ਕਿਉਂਕਿ ਕਈ ਚੀਜ਼ਾਂ ਇਹਦੀਆਂ ਵਧੀਆ ਨਹੀਂ ਆ। ਜਦੋਂ ਤੁਸੀਂ ਇਹਨੂੰ ਪਾਉਂਦੇ ਆ ਇਹ ਫਲੈਕਸ ਜ਼ਿਆਦਾ ਕਰਦੀ ਆ, ਜਾਂ ਇਹਦੀਆਂ ਜਿਹੜੀਆਂ ਪੇਚੀਆਂ ਆ ਉਹ ਵਧੀਆ ਨਹੀਂ ਆ। ਪਰ ਇਹਦੇ ਵਿੱਚ ਅਗੇਨ ਬੇਸਿਕ ਤੋਂ ਸਟਾਰਟ ਕਰਨ ਡਿਆ ਨਾ, ਇਹਦੇ ਵਿੱਚ ਖੂਬ ਵਧੀਆ ਚੀਜ਼ ਇਹ ਆ ਕਿ ਇਹ 2 ਬੈਲਟਾਂ ਆ, ਰਾਈਟ। ਇੱਦਾਂ ਦੀਆਂ 3 ਬੈਲਟਾਂ ਵੀ ਆ ਜਾਂਦੀਆਂ, 2 ਬੈਲਟਾਂ ਲਿਆ ਕਰੋ। ਤੀਜੀ ਬੈਲਟ ਹੁੰਦੀ ਆ ਅੰਦਰ ਸੌਫਟ ਪੈਡਿੰਗ ਹੁੰਦੀ ਆ, ਪਰ ਯਾਰ ਤੁਸੀਂ ਕਿਹੜਾ ਲਮਕਣ ਡੇ ਇਹਦੇ ਨਾਲ ਕਿ ਤੁਹਾਨੂੰ ਅੰਦਰ ਸੌਫਟ ਪੈਡਿੰਗ ਚਾਹੀਦੀ ਆ। 2 ਬੈਲਟਾਂ ਵਾਲਾ ਸਿਸਟਮ ਵਧੀਆ ਰਹਿੰਦਾ। ਇਹਨੂੰ ਤੁਸੀਂ ਆਪਣੀ ਪੈਂਟ ਦੇ ਵਿੱਚੋਂ ਕੱਢੋਗੇ। ਮੈਂ ਹੁਣ ਆਪਣੇ ਉੱਤੇ ਇੱਕ ਬੈਲਟ ਪਾਈ ਆ, ਅਤੇ ਤੁਸੀਂ ਦੇਖੋਗੇ ਆਹ ਚੇਪੀ ਵਾਲੀ ਚੀਜ਼ ਹੈ ਜੀ, ਇਹਨੂੰ ਇਹਦੇ ਉੱਤੇ ਲਾਇਆ ਅਤੇ ਬੰਦ ਕਰਤਾ। ਸੋ ਜਦੋਂ ਮੈਂ ਘਰੋਂ ਨਿਕਲਦਾ ਆ, ਮੈਂ ਥੱਲੜੀ ਬੈਲਟ ਪਾਈ ਹੁੰਦੀ ਆ, ਐਂਡ ਦੈਨ ਜਦੋਂ ਰੇਂਜ 'ਤੇ ਜਾਣਾ ਬਸ ਉੱਪਰਲੀ ਉੱਤੋਂ ਪਾ ਦੇਣੀ, ਆਮ ਰੈਡੀ ਟੂ ਗੋ। ਇਜ਼ਨਟ ਦੈਟ ਨਾਈਸ? ਨਹੀਂ ਤਾਂ ਉੱਥੇ ਬਹਿ ਕੇ ਯਾਰ ਅੱਧਾ ਘੰਟਾ ਪਹਿਲਾਂ ਆਉਣਾ ਪੈਣਾ ਜੇ ਤੁਸੀਂ ਇੱਦਾਂ ਦਾ ਸਮਾਨ ਸੈਟਅਪ ਕਰਨਾ ਆ। ਸੋ ਜੇ ਤੁਸੀਂ ਸਿੰਪਲ ਤਰੀਕਾ ਕਰਨਾ ਤੁਹਾਨੂੰ 5-10 ਮਿੰਟ ਲੱਗਣੇ। ਇਹਦੇ ਉੱਤੇ ਮੈਂ ਇੱਦਾਂ ਦੇ ਪਾਊਚਿਸ ਲਾਏ ਆ। ਪਾਊਚਿਸ ਦੀ ਵੀ ਮੈਂ ਐਗਜ਼ਾਮਪਲ ਦੇਣੀ ਸੀਗੀ ਯਾਰ। ਇਹ ਵੀ ਕਰਾਈਡੈਕਸ ਦੇ ਹੀ ਆ ਮੇਰੇ ਖਿਆਲ ਨਾਲ।
ਇਹਦੇ ਬਾਰੇ ਦੱਸਣ ਦੇ ਵਿੱਚ ਨਾ ਮੈਂ ਟਾਈਮ ਹੀ ਵੇਸਟ ਕਰਨਾ। ਮੈਂ ਤੁਹਾਨੂੰ ਸਿੱਧੀ ਚੀਜ਼ ਦਿਖਾਉਣਾ ਹੈ ਜਿਹੜੀ ਇਹਨਾਂ ਦੀ ਪ੍ਰਾਈਸ ਦੀ ਆ ਪਰ ਸਭ ਤੋਂ ਵਧੀਆ ਕੰਪਨੀ ਦੀ ਆ। ਸੋ ਬਾਲੀ ਤੁਸੀਂ ਚਿੰਤਾ ਨਾ ਕਰੋ। ਹੁਣ ਆਪਾਂ ਆ ਜੰਨੇ ਆ ਮੇਰੀ ਓਰੀਜਨਲ ਬੈਲਟ ਤੇ ਇਹਦੇ ਉੱਤੇ ਮੈਂ ਗਨ ਲਾ ਦੇਣੀ ਆ ਮਾੜੀ ਜੀ, ਬਿਕਾਜ਼ ਇਟ ਵਿਲ ਮੇਕ ਮਾਈ ਲਾਈਫ ਅ ਲਿਟਲ ਬਿਟ ਈਜ਼ੀਅਰ। ਯਾਰ ਕਿੱਥੇ ਫਸੀ ਸੀ? ਓਕੇ, ਇਹ ਆ ਜੀ ਗ੍ਰੇ ਗੋਸਟ ਗੀਅਰ ਦੀ ਬੈਲਟ। ਠੀਕ ਆ ਜੀ, ਇਹ ਆ ਜਾਂਦੀ ਆ 100 ਤੋਂ ਲੈ ਕੇ 120 ਦੇ ਵਿੱਚ। ਵਧੀਆ ਬੈਲਟ ਆ, ਰਿਜਿਡ ਆ, ਤੁਸੀਂ ਦੇਖੋ ਕਿੰਨਾ ਸਮਾਨ ਲਾਇਆ ਉੱਤੇ, ਪਰ ਫਿਰ ਵੀ ਇਹ ਚੰਗੀ ਤਰ੍ਹਾਂ ਖਲੋਤੀ ਆ। ਪਰ ਜੇ ਮੈਂ ਜਿਹੜੀ ਮੈਂ ਪਾਈ ਆ ਉਹ ਵੀ ਗ੍ਰੇ ਗੋਸਟ ਦੀ ਆ। ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਕਿੱਥੇ ਜਾਣਾ ਚਾਹੀਦਾ, ਲੈਟਸ ਜਸਟ ਸਟਾਪ ਦ ਵੀਡੀਓ ਰਾਈਟ ਹੇਅਰ। ਮੈਂ ਤੁਹਾਨੂੰ ਕਹੂੰਗਾ ਕਿ ਵਾਈਲਡਰ ਟੈਕਟੀਕਲ ਦੇ ਵਿੱਚ ਜਾਓ ਤੇ ਉਹਨਾਂ ਦੀ ਸਾਰੀ ਰਿਗ ਖਰੀਦ ਲਓ। ਉਹਨਾਂ ਦੀ ਬੈਲਟ ਖਰੀਦੋ, ਉਹਨਾਂ ਦੇ ਪਾਊਚਸ ਖਰੀਦੋ, ਉਹਨਾਂ ਦੀਆਂ ਹੋਸਟਰਸ ਇਦਾਂ ਦੇ ਖਰੀਦੋ। ਹਰ ਕੋਈ ਚੀਜ਼ ਜਿਹੜੀ ਉਹਨਾਂ ਤੋਂ ਮਿਲਦੀ ਹੈ ਨਾ, ਖਰੀਦੋ, ਡਿਸਅਪੋਇੰਟਡ ਨਹੀਂ ਹੋਵੋਗੇ। ਠੀਕ ਹੈ ਜੀ। ਪਰ ਜੇ ਤੁਸੀਂ ਸਿਰਫ ਬੈਲਟ ਦੀ ਗੱਲ ਕਰਨੀ ਆ, ਆਈ ਥਿੰਕ ਸੇਫ ਲਾਈਫ ਡਿਫੈਂਸ ਉਹ ਵੀ ਮਿਲ ਜਾਂਦੀ ਆ। ਉਹਦੀ ਕੀਮਤ ਵੀ ਮੈਂ ਇੱਥੇ ਲਿਖੀ ਹੋਗੀ, ਇਹਦੇ ਲਾਗੇ ਛਾਗੇ ਹੀ ਆ। ਪਰ ਅਗੇਨ ਹੁਣ ਦੇਖੋ ਯਾਰ, ਇੱਕ ਚੀਜ਼ ਖਰੀਦੀ ਮੈਨੂੰ ਪੂਰਾ ਨਹੀਂ ਪਤਾ ਸੀਗਾ। ਹੁਣ ਮੈਂ ਇਹ ਤੋਂ ਥੋੜੀ ਜਿਹੀ ਉਹ ਵਧੀਆ ਆ, ਯਾ ਆਈ ਗੈਟ ਇਟ। ਪਰ ਇਹਨੇ ਹੁਣ ਮੇਰੇ ਕੋ ਇਹਦੇ ਨਾਲ 10 ਕਲਾਸਾਂ ਲਾਤੀਆਂ ਹੋਣੀਆਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਸੋ ਆਮ ਗੋਨਾ ਸਟਿਕ ਵਿਦ ਇਟ। ਪਰ ਜਦੋਂ ਇਹ ਚੀਜ਼ ਖਰਾਬ ਹੋ ਗਈ, ਮੈਂ ਉੱਥੇ ਸਟੈਪ ਅਪ ਕਰੂੰਗਾ। ਤੁਹਾਨੂੰ ਉੱਥੇ ਹੀ ਸਟੈਪ ਅਪ ਕਰਨਾ ਚਾਹੀਦਾ। ਓ ਬਾਏ ਦ ਵੇ, ਜਦੋਂ ਤੁਸੀਂ ਇਹਨਾਂ ਨੂੰ ਖਰੀਦਣਾ ਆ, ਇਹਨਾਂ ਦਾ ਸਾਈਜ਼ ਜਿੱਦਾਂ ਲਿਖਿਆ ਹੋਊਗਾ, ਦੇਖੋ ਜੇ ਮੇਰੀ ਵੇਸਟ ਲੈਟਸ ਸੇ 38 ਆ ਤੇ ਬੈਲਟ ਵੀ ਤੁਸੀਂ 38 ਦੀ ਖਰੀਦੋ। ਕਈ ਕੰਪਨੀਆਂ ਹੁੰਦੀਆਂ ਜਿਨ੍ਹਾਂ ਤੇ ਲਿਖਿਆ ਹੋਊਗਾ ਸਮਾਲ, ਮੀਡੀਅਮ, ਲਾਰਜ, ਐਕਸਟਰਾ ਲਾਰਜ, ਬਲਾ ਬਲਾ ਬਲਾ। ਉਹਨਾਂ ਦੇ ਵਿੱਚ ਪੈਰਾਮੀਟਰਸ ਹੁੰਦੇ ਆ, ਰਾਈਟ, ਕਿ ਜੇ ਤੁਸੀਂ 36 ਤੋਂ ਲੈ ਕੇ 40 ਆ, ਤੁਸੀਂ ਆਹ ਖਰੀਦੋ, ਬਲਾ ਬਲਾ ਬਲਾ। ਫਿਰ ਆਬਵੀਅਸਲੀ ਉਹਦੇ ਮੁਤਾਬਿਕ ਖਰੀਦੋ। ਕਦੀ ਐਦਾਂ ਨਾ ਕਰਿਓ ਜਿੱਦਾਂ ਮੈਂ ਕੀਤਾ ਸੀਗਾ ਕਿ ਨਹੀਂ ਯਾਰ ਅਜੇ ਇਹਦੇ ਸਮਾਨ ਵੀ ਲੱਗਣਾ ਆ, ਇਹਨੇ ਥੋੜੀ ਮੋਟੀ ਹੋ ਜਾਣਾ, ਇਹਦੇ ਅੰਦਰ ਵੀ ਬੈਲਟ ਲੱਗੀ ਆ, ਇਹਨੇ ਮੋਟੀ। ਉਹ ਯਾਰ ਉਹਨਾਂ ਨੇ ਵਿੱਚ ਹਿਸਾਬ ਕਿਤਾਬ ਕੀਤਾ ਹੁੰਦਾ ਆ। ਸੋ ਤੁਸੀਂ ਉਹੋ ਹੀ ਆਰਡਰ ਕਰੋ ਜੋ ਤੁਹਾਡਾ ਸਾਈਜ਼ ਆ। ਸੋ ਇਫ ਆਮ 38, ਮੈਂ 38 ਨੂੰ ਹੀ ਆਰਡਰ ਕਰਨਾ। ਜੇ ਮੈਂ 25 ਆ, ਮੈਂ 25 ਨੂੰ ਹੀ ਆਰਡਰ ਕਰਨਾ। ਇਹ ਤੋਂ ਅਗਲੀ ਇੰਪੋਰਟੈਂਟ ਚੀਜ਼ ਆ ਕਿ ਜਦੋਂ ਤੁਸੀਂ ਇਹਨਾਂ ਤੋਂ ਖਰੀਦਦੇ ਆ, ਲੈਟਸ ਸੇ ਇਨਰ ਬੈਲਟ ਜਿਹੜੀ ਹੁੰਦੀ ਆ, ਅੰਦਰਲੀ ਬੈਲਟ ਹੁੰਦੀ ਆ, ਉਹ ਬਾਹਰਲੀ ਬੈਲਟ ਤੋਂ ਥੋੜੀ ਜਿਹੀ ਛੋਟੀ ਹੁੰਦੀ ਆ। ਸੋ ਤੁਸੀਂ ਦੇਖੋਗੇ, ਆਈ ਡੋਨਟ ਨੋ ਇਫ ਯੂ ਗੋਨਾ ਬੀ ਏਬਲ ਟੂ ਟੈਲ। ਮੈਂ ਯਾਰ ਮੈਜ਼ਰਿੰਗ ਟੇਪ ਲਿਆਂਦੀ ਤੇ ਸੀਗੀ, ਇੱਕ ਮਿੰਟ, ਮਾਈ ਡੌਗਸ ਚੂਡ ਔਨ ਦੈਟ। ਸੋ ਇਹਦੀ ਜਿਹੜੀ ਅੰਦਰਲੀ ਬੈਲਟ ਆ ਉਹ ਆ ਜੀ 1.5 ਇੰਚ ਦੀ। ਜਿਹੜੀ ਬਾਹਰਲੀ ਬੈਲਟ ਆ ਉਹ ਆ 2 ਇੰਚ ਦੀ। ਕਈ ਆਉਂਦੀਆਂ ਆ ਕੰਪਨੀਆਂ, ਅੰਦਰਲੀ ਵੀ 2 ਇੰਚ ਦੀ ਹੋਊਗੀ, ਬਾਹਰਲੀ ਵੀ 2 ਇੰਚ ਹੋਊਗੀ। ਅਗੇਨ ਦੇਖੋ, ਜਿਹੜੀ ਸੈਟਅਪ ਮੈਂ ਤੁਹਾਨੂੰ ਦਿਖਾਉਣ ਡਿਆ ਆ ਨਾ, ਇਹਨੂੰ ਤੁਸੀਂ ਕਹਿ ਲਓ ਵੋਰ ਬੈਲਟ। ਠੀਕ ਹੈ ਜੀ, ਇਹਨੂੰ ਟੈਕਟੀਕਲ ਬੈਲਟ ਕਹਿ ਲਓ। ਇਹ ਤੁਹਾਡੇ ਲੜਨ ਦੇ ਲਈ ਆ। ਤੁਸੀਂ ਕੋਈ ਕਲਾਸ ਲਾਉਣੀ ਆ, ਤੁਸੀਂ ਲੜਨ ਗਏ, ਸੌਰੀ ਇਜ਼ ਮੇਕਿੰਗ ਨੋਇਜ਼, ਇਹ ਉਹਦੇ ਲਈ ਆ। ਜੇ ਤੁਸੀਂ ਕੋਈ ਕੰਪੈਟੀਟਿਵ ਸ਼ੂਟਰ ਆ, ਤੁਸੀਂ ਕੋਈ ਸਪੀਡ ਸ਼ੂਟਰ ਆ, ਉਹਨਾਂ ਦੀਆਂ ਰਿਗਸ ਡਿਫਰੈਂਟ ਹੁੰਦੀਆਂ ਆ। ਸੋ ਤੁਸੀਂ ਉਹਦੇ ਮੁਤਾਬਿਕ ਬਣਾਓ। ਆ ਕਿ ਯਾਰ ਜੇ ਕੋਈ ਜੰਗ ਲੜਨ ਲੱਗੇ ਆ, ਬਾਹਰ ਕੋਈ ਪੰਗਾ ਪੈ ਗਿਆ, ਗੱਡੀ 'ਚ ਬਹਿਣਾ ਪੈ ਗਿਆ, ਦਿਸ ਇਜ਼ ਮਾਈ ਗੋ ਟੂ। ਐਂਡ ਆਈ ਥਿੰਕ ਆਮ ਬੰਦੇ ਲਈ ਤੁਹਾਡਾ ਟਾਰਗੇਟ ਇਹੀ ਚੀਜ਼ ਹੋਣੀ ਚਾਹੀਦੀ ਆ। ਸੋ ਮੈਂ ਤੁਹਾਨੂੰ ਤਾਂ ਕਹਿਣ ਡਿਆ ਸੀਗਾ ਕਿ ਜਿਹੜੇ ਕੰਪੈਟੀਟਿਵ ਲੋਕ ਹੁੰਦੇ ਆ, ਉਹਨਾਂ ਦੀ ਕਈ ਵਾਰੀ ਇਨਰ ਵੀ 2 ਇੰਚ ਦੀ ਹੁੰਦੀ ਆ ਤੇ ਬਾਹਰਲੀ ਵੀ 2 ਇੰਚ ਦੀ ਹੁੰਦੀ ਆ। ਅਗੇਨ ਮੋਸਟ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ, ਰਾਈਟ। ਤੁਸੀਂ ਦੇਖੋਗੇ ਟੈਕਟੀਕਲ ਪੈਂਟਾਂ ਵੀ ਇਦਾਂ, ਬੈਲਟਾਂ ਵੀ ਇਦਾਂ ਮਿਲ ਜਾਂਦੀਆਂ। ਪੰਗਾ ਇਹ ਆ ਕਿ ਜਿਹੜੀ ਤੁਹਾਡੀ ਪੈਂਟ ਦੀ ਲੂਪਸ ਹੁੰਦੀਆਂ ਆ, ਰਾਈਟ, ਬਕਲ ਜੋ ਵੀ ਇਹਨੂੰ ਕਹੀਦਾ ਆ, ਉਹ ਨੋਰਮਲੀ 1.75 ਇੰਚ ਹੁੰਦੀਆਂ ਆ। ਮਤਲਬ ਕਿ ਆ ਬਾਹਰਲੀ ਜਿੰਨੀ ਇੰਨੀ ਮੋਟੀ ਆ ਨਾ, ਜੇ ਐਡੀ ਅੰਦਰਲੀ ਵੀ ਹੁੰਦੀ, ਉਹਨੇ ਫਿੱਟ ਨਹੀਂ ਹੋਣਾ ਸੀ। 2 ਇੰਚ ਨੇ ਇਹਦੇ ਵਿੱਚ ਫਿੱਟ ਨਹੀਂ ਹੋਣਾ, ਰਾਈਟ। ਜੇ ਨੋਰਮਲ ਪੈਂਟਸ ਗੋ ਬਿਟਵੀਨ 1.5 ਇੰਚ ਤੇ 1.75 ਇੰਚ। ਇਹਦਾ ਮਤਲਬ ਕਿ ਤੁਸੀਂ ਆਪਣੀਆਂ ਪੈਂਟਾਂ ਨੂੰ ਮਾੜੇ ਜਿਹਾ ਦੇਖਿਓ, ਲਾਈਕ ਡਰੈਸ ਪੈਂਟਸ ਐਂਡ ਸਟਫ, ਇਹਦੇ ਉੱਤੇ ਇਹਨੂੰ ਫਿੱਟ ਨਹੀਂ ਹੋਣਾ। ਕਲਾਸ ਦੇ ਵਿੱਚ ਕਈ ਵੀਰ ਮੈਂ ਦੇਖਿਆ ਕਿ ਯਾਰ ਸਵੈਟ ਪੈਂਟਸ ਦੇ ਵਿੱਚ ਆਉਂਦੇ ਆ, ਤੇ ਫਿਰ ਆਹ ਚੀਜ਼ ਉਹਦੇ ਉੱਪਰੋਂ ਲਾਓਗੇ। ਯਾਰ ਇਹ ਸਿਕਿਉਰ ਹੋਣੀ ਚਾਹੀਦੀ ਆ। ਮੈਂ ਕਹਿੰਦਾ ਵੀ ਆ ਕਿ ਯਾਰ ਬੈਲਟ ਪੈਂਟ ਚੱਜ ਦੀ ਪਾ ਕੇ ਆਇਓ, ਤੁਸੀਂ ਪੱਥਰਾਂ ਦੇ ਵਿੱਚ ਬਹਿਣਾ ਇੱਦਾਂ, ਪਰ ਲੋਕੀ ਨਹੀਂ ਮੰਨਦੇ। ਅਗੇਨ ਇਹਦਾ ਮਕਸਦ ਇਹ ਆ ਕਿ ਤੁਸੀਂ ਪੈਂਟ ਦੇ ਵਿੱਚ ਪਾਓ, ਰਾਈਟ। ਇੱਕ ਮੇਰਾ ਵੀਰ ਸੀਗਾ ਜਿਹੜਾ ਬਾਣਾ ਪਾ ਕੇ ਆਇਆ ਸੀਗਾ, ਐਂਡ ਫॉर ਹਿਮ ਮੈਂ ਅੰਡਰਸਟੈਂਡ ਕਰਦਾ ਯਾਰ, ਇਟ ਇਜ਼ ਵਾਟ ਇਟ ਇਜ਼, ਰਾਈਟ। ਪਰ ਜਿਹੜੇ ਆਮ ਲੋਕ ਆ ਯਾਰ, ਤੁਸੀਂ ਪਜਾਮਾ ਪਾ ਕੇ ਆਉਂਗੇ, ਆਈ ਡੋਨਟ ਅੰਡਰਸਟੈਂਡ। ਤੇ ਜੇ ਬਾਣਾ ਆ ਯਾਰ, I'm not trying to say this in a disrespectful way, I'm sure ਕਿ ਲੂਪਸ ਲੱਗ ਸਕਦੀਆਂ, ਰਾਈਟ। ਤੁਸੀਂ ਜਿੱਦਾਂ ਮੈਂ ਜਦੋਂ ਆਪਣਾ ਵਿਆਹ ਦਾ ਲਾਈਕ ਕੁੜਤਾ ਪਜਾਮਾ ਬਣਾਇਆ ਸੀ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਯਾਰ ਇੱਥੇ
ਇਦਾਂ ਦੀ ਲੜ ਜੀ ਹੋਣੀ ਚਾਹੀਦੀ, ਰਾਈਟ। ਆਮ ਸ਼ੋਰ ਯੂ ਕੈਨ ਸੇ ਕਿ ਯਾਰ ਇੱਥੇ ਨਾ ਇੱਕ ਲੂਪ, 2 ਲੂਪ ਅੱਗੇ ਹੋਣ ਤੇ 2 ਲੂਪ ਪਿੱਛੇ ਹੋਣ। ਜੇ ਤੁਸੀਂ ਥੋੜੇ ਵੱਡੇ ਆ ਦੈਨ ਆਬਵੀਅਸਲੀ ਥੋੜੇ ਜੇ ਹੋਰ ਲਾ ਲਿਓ। ਐਂਡ ਆਈ ਥਿੰਕ ਯੂ ਕੁਡ ਡੂ ਇਟ। yeah, that guy is awesome. ਯਾਰ ਮੈਨੂੰ ਨਾ ਆਲਰੇਡੀ ਉਹਦਾ ਚੇਤਾ ਭੁੱਲ ਗਿਆ। that guy was awesome. Okay, ਹੁਣ ਆਪਾਂ ਗੱਲ ਕਰਦੇ ਹਾਂ ਇੱਕ ਐਕਸੈਸਰੀ ਦੀ। ਐਂਡ ਮੈਂ ਤੁਹਾਨੂੰ ਦੱਸਦਾ ਕਿੱਥੇ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਕਿੰਨਿਆਂ ਦੀ ਹਰ ਕੋਈ ਚੀਜ਼ ਹੁੰਦੀ ਆ। ਸੋ ਸ਼ੁਰੂ ਕਰਦੇ ਹਾਂ, ਚਲੋ ਮੈਕ ਪਾਊਚਸ ਦੇ ਨਾਲ ਸ਼ੁਰੂ ਕਰਦੇ ਹਾਂ। ਨੋਰਮਲੀ ਫਾਈਟਿੰਗ ਦੇ ਲਈ ਮੈਂ ਤੁਹਾਨੂੰ ਕਹੂੰਗਾ ਕਿ 2 ਜਾਂ 3 ਤੁਹਾਨੂੰ ਪਿਸਟਲ ਦੇ ਮੈਗਜ਼ੀਨਸ ਚਾਹੀਦੇ ਆ, ਰਾਈਟ, ਤੇ 2 ਰਾਈਫਲ ਦੇ। ਮੈਂ 2 ਰੱਖਦਾ ਆ। ਸੋ ਇੱਕ ਗਨ ਦੇ ਵਿੱਚ ਹੋ ਗਿਆ, 3 ਹੋ ਗਏ। ਹਰ ਇੱਕ ਕਲਾਸ ਦੀ ਰਿਕੁਆਇਰਮੈਂਟ ਨੋਰਮਲੀ ਲਿਖਿਆ ਹੁੰਦਾ 3 ਸਰਵਿਸੇਬਲ ਰਾਈਫਲ ਮੈਗਸ, 3 ਸਰਵਿਸੇਬਲ ਪਿਸਟਲ ਮੈਗਸ। ਇਹਦਾ ਮਤਲਬ ਕਿ ਚੱਜ ਦੇ ਮੈਗਜ਼ੀਨ 3 ਸਾਨੂੰ ਚਾਹੀਦੇ ਆ। ਸੋ 2 ਇਹਨਾਂ ਦੇ ਵਿੱਚ, 1 ਰਾਈਫਲ ਦੇ ਵਿੱਚ, ਪਿਸਟਲ ਦੇ ਵਿੱਚ। ਸੋ ਇੱਥੇ ਥੋੜਾ ਜਿਹਾ ਟ੍ਰਿਕੀ ਆ। ਸੋ ਅਗੇਨ ਆਈ ਵੁੱਡ ਸੇ ਵਾਈਲਡਰ ਟੈਕਟੀਕਲ, ਇਹ ਉਹਨਾਂ ਦੇ $25 ਦੇ ਆਉਂਦੇ ਆ। ਇੱਕ $25 ਦਾ ਆਉਂਦਾ ਆ। ਜਿਹੜੀਆਂ ਇਹਨਾਂ ਦੀਆਂ ਇਨਸਰਟਸ ਆ, ਇਹਨਾਂ ਦੇ ਪਿਛਲੇ ਬੰਨੇ ਅਟੈਚਮੈਂਟ ਪੁਆਇੰਟਸ ਆ ਜਿਹੜੇ ਕਾਫੀ ਸੌਖੇ ਆ। ਤੁਸੀਂ 2 ਬਟਨ ਇੱਧਰੋਂ ਸਾਈਡ ਤੋਂ ਨੱਪੋ ਤੇ ਸਾਰੀ ਚੀਜ਼ ਖੁੱਲ ਜਾਂਦੀ ਆ ਤੇ ਤੁਸੀਂ ਇਹਨੂੰ ਖਿੱਚ ਕੇ ਬਾਹਰ ਕੱਢ ਸਕਦੇ ਆ। ਮੈਂ ਇਹਨਾਂ ਨੂੰ ਜ਼ਿਪ ਟਾਈ ਕੀਤਾ, ਮੈਂ ਤੁਹਾਨੂੰ ਦੱਸੂਗਾ ਕਿਉਂ। ਬਟ ਇਟਸ ਰੀਅਲੀ ਨਾਈਸ। ਹੋਰ ਕਿਸੇ ਕੰਪਨੀ ਕੋਲ ਨਾ ਜਾਇਓ, ਆਈ ਪ੍ਰੋਮਿਸ ਯੂ। ਪਰ ਇਹਦੇ ਵਿੱਚ 2-3 ਚੀਜ਼ਾਂ ਇੰਪੋਰਟੈਂਟ ਆ। ਪਹਿਲੀ ਚੀਜ਼, ਜੇ ਤੁਸੀਂ ਇਹਨੂੰ ਲੈਣਾ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਪਿਸਟਲ ਦੀ ਮੈਗਜ਼ੀਨ ਕਿੱਦਾਂ ਦੀ ਹੈ। ਜੇ ਸਿੰਗਲ ਸਟੈਕਡ ਆ, ਜਿਵੇਂ ਆਈ ਥਿੰਕ P220 ਦਾ ਮੈਗਜ਼ੀਨ ਆ, 1911 ਦੇ ਵੀ ਐਡੇ ਕੁ ਹੁੰਦੇ ਆ, ਇਹ ਸਿੰਗਲ ਸਟੈਕਡ ਆ। ਤੇ ਜਿਹੜੀ ਆ ਚੀਜ਼ ਆ ਇਹਨੂੰ ਫਿੱਟ ਤੇ ਕਰ ਦੇਣਾ, ਪਰ ਇਹ ਚੀਜ਼ ਬਣਾਈ ਗਈ ਆ, ਮੈਂ ਆਰਡਰ ਕੀਤੀ ਆ ਡਬਲ ਸਟੈਕ ਦੇ ਲਈ ਕਿ ਉਹ ਥੋੜੀ ਚੌੜੀ ਹੁੰਦੇ ਆ ਨਾ। ਸੋ ਆਹ ਚੀਜ਼ ਵੀ ਥੋੜੀ ਚੌੜੀ ਆ। ਜੇ ਤੁਸੀਂ ਸਿੰਗਲ ਸਟੈਕ ਲੈਣਾ ਤਾਂ ਫਿਰ ਸਿੰਗਲ ਸਟੈਕ ਹੋਸਟਰ ਵੀ ਲਓ। ਸੋ ਆ ਹੋ ਗਿਆ। Normally pistols and magazines you face them forward, so bullet ਅਗਲੇ ਬੰਨੇ ਨੂੰ ਹੋਣਾ ਚਾਹੀਦਾ, like that, right? So yeah, that's perfect. Rifle ਦੇ magazines, ਰਾਈਫਲਸ normally single stacked ਨਹੀਂ ਹੁੰਦੀਆਂ, so ਇਹ ਤੁਹਾਨੂੰ ਇਦਾਂ ਦਾ ਡਬਲ ਸਟੈਕ ਹੀ ਮਿਲਣਾ। ਸੋ ਇਹ ਨੋਰਮਲ AR ਦੇ ਲਈ ਆ। ਇਹ ਕੰਪਨੀ AR ਤੇ AK ਲਈ ਬਣਾਉਂਦੀ ਆ। ਨਾਓ ਅਗੇਨ, ਜੇ ਮੇਰੇ ਕੋ ਇੱਥੇ ਤਾਂ ਨਹੀਂ ਹੈਗਾ, ਜਿੱਦਾਂ ਸਕੋਰਪੀਅਨ ਦਾ ਮੈਗਜ਼ੀਨ ਹੋ ਗਿਆ, ਉਹਨੇ ਵੀ ਇਹਦੇ ਵਿੱਚ ਆ ਜਾਣਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਧੱਕੇ ਦੇ ਨਾਲ ਯਾਰ, ਜਿੱਦਾਂ ਲੈਟਸ ਸੇ ਹੁਣ ਆਹ ਮੈਗਜ਼ੀਨ ਆ, ਇਹ ਪਿਸਟਲ ਦਾ ਆ 57 ਦਾ, FN57। ਹੁਣ ਆਬਵੀਅਸਲੀ ਇਹਨੇ ਆਹ ਪਿਸਟਲ ਦੇ ਪਾਊਚ ਦੇ ਵਿੱਚ ਤੇ ਹੋਣਾ ਨਹੀਂ, ਇਹ ਕਾਫੀ ਵੱਡਾ ਆ, ਪਰ ਮੈਂ ਇਹਦੇ ਵਿੱਚ ਕਰ ਸਕਦਾ, ਰਾਈਟ। ਸੋ ਅਗੇਨ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਲੈਣਾ ਕੀ ਨਹੀਂ। ਇਹ $25 ਦੇ ਸਾਰੇ ਆਉਂਦੇ ਆ। ਤੇ ਜਿਹੜੇ ਇਹਨਾਂ ਦੇ ਆ ਲੂਪਸ ਸੀਗੇ ਅੰਦਰਲੇ ਬੰਨੇ, ਅਟੈਚਿੰਗ ਪੁਆਇੰਟਸ, ਜੋ ਵੀ ਤੁਸੀਂ ਇਹਨਾਂ ਨੂੰ ਕਹਿਣਾ, ਇਹਨਾਂ ਦੀਆਂ ਲੱਤਾਂ ਤੁਸੀਂ ਕਹਿ ਲਓ, ਇਹ ਬਣਾਉਂਦੀ ਆ ਬਲੇਟੈਕ ਕੰਪਨੀ। ਤੇ ਜੋ ਵੀ ਇਹਨਾਂ ਦਾ ਨਾਂ ਆ ਮੈਂ ਲਿਖ ਦੂੰਗਾ। ਤੇ ਅਗੇਨ ਯੂ ਕੈਨ ਸੀ ਇਟ ਓਪਨਸ। ਮੈਂ ਇੱਥੇ ਜ਼ਿਪ ਟਾਈ ਲਾਈ ਆ ਐਂਡ ਆਲ ਟੈਲ ਯੂ ਵਾਈ। ਜ਼ਿਪ ਟਾਈ ਮੈਂ ਤਾਂ ਲਾਈ ਆ, ਤੁਸੀਂ ਦੇਖ ਸਕਦੇ ਆ ਕਾਫੀ ਲੰਬੇ ਆ, ਰਾਈਟ, ਇੱਥੇ ਤੱਕ ਪਹੁੰਚ ਜਾਂਦੇ ਆ। ਸੋ ਜੇ ਮੈਂ ਜ਼ਿਪ ਟਾਈ ਇੱਥੇ ਨਾ ਲਾਈ ਹੋਵੇ, ਮੈਂ ਬੇਸਿਕਲੀ ਇਹਨੂੰ ਫਿੱਟ ਕਰਕੇ ਅੰਦਰ ਜਾ ਕੇ ਮੈਂ ਦੇਖਿਆ ਕਿ ਇਹ ਹਿੱਲਣ ਨਾ, ਰਾਈਟ। ਜੇ ਮੈਂ ਜ਼ਿਪ ਟਾਈ ਇੱਥੇ ਨਾ ਲਾਈ ਹੁੰਦੀ ਕਿ ਇੱਥੇ ਆ ਕੇ ਫਸ ਜਾਵੇ, ਤੇ ਬੇਸਿਕਲੀ ਕੀ ਹੋਣਾ ਸੀਗਾ, ਇਹਨੇ ਉੱਪਰ ਥੱਲੇ ਹੋ ਜਾਣਾ ਸੀ। ਨੋਰਮਲੀ ਇਹਨੇ ਹਿਲਦੇ ਨਹੀਂ ਆ, ਪਰ ਜਦੋਂ ਮੈਗਜ਼ੀਨ ਤੁਸੀਂ ਕੱਢਣਾ ਇਹਨੇ ਵੀ ਪੂਰਾ ਉੱਤੇ ਨੂੰ ਆ ਜਾਣਾ। ਸੋ ਮੈਂ ਬੇਸਿਕਲੀ ਜ਼ਿਪ ਟਾਈ ਲਾਈ ਆ ਕਿ ਆ ਮੋਰੀਆਂ ਦੇ ਵਿੱਚ ਕਿ ਇਹ ਉੱਤੇ ਥੱਲੇ ਨਾ ਹੋਣ। ਇੱਕ ਚੀਜ਼ ਮੈਨੂੰ ਭੁੱਲ ਗਈ ਸੀਗੀ ਯਾਰ, ਲੈਟ ਮੀ ਜਸਟ ਮੈਂਸ਼ਨ ਇਟ ਰੀਅਲ ਕੁਇਕ। ਜਦੋਂ ਤੁਸੀਂ ਪਿਸਟਲਸ ਦੇ ਮੈਗਜ਼ੀਨ ਲੈਂਦੇ ਆ, ਇਹ ਤੁਹਾਨੂੰ ਲੰਬੇ ਵੀ ਮਿਲ ਜਾਂਦੇ ਆ। ਆ ਐਕਸਟੈਂਡਡ ਆ, ਕਿਉਂਕਿ ਮੈਂ ਇਹਦੇ ਵਿੱਚ ਆਪਣਾ 2011 ਰਨ ਕਰਦਾ। ਇਹਨਾਂ ਦੇ ਮੈਗਜ਼ੀਨ ਬਹੁਤ ਲੰਬੇ ਹੁੰਦੇ ਆ ਕੰਪੇਅਰ ਟੂ ਲਾਈਕ ਗਲਾਕ ਦੇ ਮੈਗਜ਼ੀਨ, ਰਾਈਟ। ਸੋ ਕੀ ਹੋਊਗਾ ਜੇ ਆ ਚੀਜ਼ ਛੋਟੀ ਆ ਤੇ ਇਹਨੂੰ ਤੁਸੀਂ ਵਿੱਚ ਪਾਇਆ, ਇਹਦੀ ਟੇਪਰਿੰਗ ਵੀ ਉੱਤੇ ਬਹੁਤ ਜ਼ਿਆਦਾ ਹੁੰਦੀ ਆ, ਗਲਾਕ ਦੀ ਬਹੁਤ ਘੱਟ ਹੁੰਦੀ ਆ। ਸੋ ਇਹਨੇ ਇੰਨਾ ਏਰੀਆ ਨਹੀਂ ਟੱਚ ਕਰਨਾ, ਰਾਈਟ। ਸੋ ਮੈਂ ਇਹ ਲੰਬੇ ਲੈਣਾ ਆ, ਐਕਸਟੈਂਡਡ ਇਹਨੂੰ ਕਹਿ ਲਓ ਤੁਸੀਂ, ਹੈ ਨਾ। ਤੇ ਇਹ ਪੂਰੇ ਇਹਨੂੰ ਚੰਗੀ ਤਰ੍ਹਾਂ ਹੋਲਡ ਕਰਦੇ ਆ। ਸੌਰੀ ਆਈ ਫੋਰਗਾਟ ਅਬਾਊਟ ਦੈਟ। ਉਹ ਜਿਹੜੇ ਬਲੇਟੈਕ ਦੇ ਮੈਂ ਤੁਹਾਨੂੰ ਕਹਿਣ ਡਿਆ ਸੀਗਾ, ਉਹ $15 ਦਾ ਇੱਕ ਪੇਅਰ ਆਉਂਦਾ ਆ, ਮਤਲਬ 2 ਮਿਲਦੇ ਆ $15 ਦੇ ਵਿੱਚ। ਸੋ ਤੁਸੀਂ 2 ਇਹਦੇ ਉੱਤੇ ਲੱਗੂਗੇ, 2 ਇਹਦੇ ਉੱਤੇ, 1 ਐਂਡ 1। ਆਲਸੋ ਮੈਂ ਤੁਹਾਨੂੰ ਰეკਮੈਂਡ ਕਰੂੰਗਾ, ਜਦੋਂ ਤੁਸੀਂ ਇਹਦੇ ਵਿੱਚ ਕੋਈ ਵੀ ਸਕਰੂ ਲਾਉਣਾ ਕਿਸੇ ਵੀ ਚੀਜ਼ ਦੇ ਵਿੱਚ, ਤੁਸੀਂ ਟਰਨਕਿਟ ਦੀ ਗੱਲ ਕਰ ਲਓ, ਹੋਸਟਰ ਦੀ ਗੱਲ ਕਰ ਲਓ, ਜਿੱਦਾਂ ਫੈਕਟਰੀ ਤੋਂ ਆਏ ਆ, ਤੁਸੀਂ ਜੋ ਵੀ ਉਹਦੇ ਉੱਤੇ ਸਕਰੂ ਲੱਗੇ ਆ ਪਹਿਲਾਂ ਉਹਨਾਂ ਨੂੰ ਖੋਲੋ, ਰਾਈਟ। ਫਿਰ ਉਹਦੇ ਉੱਤੇ ਰੈੱਡ ਲੌਕ ਟਾਈਟ ਲਾਓ ਤੇ ਫਿਰ ਉਹਨਾਂ ਨੂੰ ਟਾਈਟ ਕਰੋ, ਕਿਉਂਕਿ ਇਹਦੇ ਨਾਲ ਇਹਨਾਂ ਨੇ ਕਦੀ ਖੋਲ੍ਹਣਾ ਨਹੀਂ ਆ, ਠੀਕ ਹੈ ਜੀ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੀ ਵਾਰੀ ਰੇਂਜ ਦੇ ਵਿੱਚ ਮੇਰੇ ਕੋਲ ਚੀਜ਼ਾਂ ਖੋਲ ਕੇ ਡਿੱਗ ਪਈਆਂ
ਪਿਛਲੀ ਕਲਾਸ ਦੇ ਵਿੱਚ ਵੀ ਕੁਛ ਨਾ ਕੁਛ ਡਿੱਗਿਆ ਸੀਗਾ ਐਂਡ ਆਲ ਗੈਟ ਟੂ ਦੈਟ। ਸੋ ਮੈਂ ਬੇਸਿਕਲੀ ਆਹ ਸਕਰੂਜ਼ ਖੋਲੂੰਗਾ, ਇਹਨਾਂ ਦੇ ਉੱਤੇ ਰੈੱਡ ਲੌਕਟਾਈਟ ਲਾਉਂਗਾ ਤੇ ਫਿਰ ਉੱਦਾਂ ਹੀ ਇਹਨਾਂ ਨੂੰ ਲਾ ਦੇਣਾ ਜਿੱਦਾਂ ਪਹਿਲੋਂ ਸੀ। ਹੁਣ ਇਹਨਾਂ ਦੇ ਵਿੱਚ ਕਾਫੀ ਲਾਈਕ ਪੋਜੀਸ਼ਨਸ ਵੀ ਮਿਲ ਜਾਂਦੀਆਂ ਆ, ਇਹਨਾਂ ਨੂੰ ਤੁਸੀਂ ਐਡਜਸਟ ਨਹੀਂ ਕਰ ਸਕਦੇ, ਪਰ ਜਿਹੜੇ ਫੈਕਟਰੀ ਤੋਂ ਆਉਂਦੇ ਆ ਉਹਨਾਂ ਦੇ ਉੱਤੇ ਪਿੱਛੇ ਮੋਰੀਆਂ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਟਵਿਸਟ ਕਰ ਸਕੋ। ਜਿਹੜੇ ਪਿਸਟਲ ਵਾਲੇ ਆ ਤੁਸੀਂ ਆਰਡਰ ਹੀ ਕਰ ਸਕਦੇ ਆ ਥੋੜੇ ਵਿੰਗੇ ਹੋਣ ਦਾ ਕੀ ਫਾਇਦਾ। ਸੋ ਵਾਟ ਯੂ ਕੈਨ ਡੂ ਇਜ਼ ਲੈਟਸ ਸੇ ਜਿੱਦਾਂ ਇਹਦੇ ਉੱਤੇ ਆਪਾਂ ਇਦਾਂ ਹੋਸਟਰਸ ਕੀਤੇ ਆ ਰਾਈਟ, ਜੇ ਮੈਂ ਚਾਹਾਂ ਰਾਈਟ ਤੇ ਲੈਟਸ ਸੇ ਮੈਂ ਇਧਰਲੇ ਬੰਨੇ ਥੋੜੀ ਜਿਹੀ ਜਗ੍ਹਾ ਬਣਾਈ ਹੋਵੇ ਜਿੱਦਾਂ ਆ ਕਿਹੜੀ ਚੀਜ਼ ਸੌਖੀ ਆ, ਮੈਂ ਸ਼ੂਟ ਕਰਨ ਡਿਆ ਮੇਰਾ ਖਤਮ ਹੋ ਗਿਆ, ਮੈਂ ਇੱਧਰ ਨੂੰ ਗਿਆ ਇੱਧਰ ਵਿੱਚ ਪਾਇਆ ਸ਼ੂਟ ਕੀਤਾ, ਜਾਂ ਮੈਂ ਸ਼ੂਟ ਕਰਨ ਡਿਆ ਇੱਦਾਂ ਆਇਆ ਇੱਦਾਂ ਪਾਤਾ ਚਲ ਗਿਆ। ਸੋ ਕਈ ਲੋਕ ਕੀ ਕਰਦੇ ਆ ਇੱਥੇ ਸਲੈਂਟਡ ਕਰ ਲੈਂਦੇ ਆ, ਇੱਧਰ ਸਲੈਂਟਡ ਕਰ ਲੈਂਦੇ, ਜਿੱਧਰ ਵੀ ਤੁਹਾਡੀ ਪਹੁੰਚ ਸੌਖੀ ਆ ਨਾ, ਤੁਹਾਡੀ ਬੋਡੀ ਨੈਚੁਰਲੀ ਜਾਂਦੀ ਆ, ਤੁਸੀਂ ਉਧਰੋਂ ਖਿੱਚ ਸਕੋ। ਮੈਂ ਨੋਰਮਲੀ ਇਦਾਂ ਹੀ ਰਨ ਕਰਦਾ ਆ ਬਿਕਾਜ਼ ਮੇਰੇ ਕੋਲ ਕਾਫੀ ਬੈਲਟ ਸੈਟਅਪਸ ਆ ਤੇ ਮੈਂ ਕੰਸਿਸਟੈਂਸੀ ਚਾਹੁੰਦਾ ਆ, ਇਦਾਂ ਨਹੀਂ ਕਿ ਯਾਰ ਉਹਦੇ ਉੱਤੇ ਵਿੰਗਾ ਆ ਇਹਦੇ ਉੱਤੇ ਇਦਾਂ ਆ। ਮੈਂ ਇਦਾਂ ਚਾਹੁੰਦਾ ਆ ਕਿ ਹਰ ਇੱਕ ਚੀਜ਼ ਦੇ ਵਿੱਚ ਭਾਵੇਂ ਲੋ ਲਾਈਟ ਹੋਵੇ ਨੋ ਲਾਈਟ ਹੋਵੇ, ਮੈਨੂੰ ਪਤਾ ਆ ਕਿ ਮੇਰਾ ਹੋਸਟਰ ਕਿੱਥੇ ਆ ਐਂਡ ਦੈਟਸ ਵਾਟ ਆਮ ਟੱਚਿੰਗ ਰਾਈਟ ਨਾਓ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਹੋਸਟਰਸ ਉੱਥੋਂ ਸ਼ੁਰੂ ਕਰੋ ਜਿੱਥੋਂ ਮੈਂ ਕਰਨ ਡਿਆ ਆ। ਸੋ ਮੈਂ ਇੱਥੋਂ ਸ਼ੁਰੂ ਕਰਦਾ ਆ। ਦੇਖੋ ਜੇ ਮੈਂ ਆਹ ਚੀਜ਼ ਇੱਥੋਂ ਹੋਰ ਅੱਗੇ ਲਿਆਉਂਦਾ, ਮੈਂ ਯਾਰ ਪਤਲਾ ਬੰਦਾ ਨਹੀਂ ਹੈਗਾ, ਠੀਕ ਹੈ ਜੀ, ਮੈਂ ਪੈਂਟ ਆਪਣੀ ਕਾਫੀ ਹਾਈ ਰੱਖਦਾ ਆ, ਜ਼ਿਆਦਾ ਹਾਈ ਨਹੀਂ ਯਾਰ ਨੋਰਮਲੀ ਰੱਖਦਾ ਆ। ਜੇ ਆਹ ਚੀਜ਼ ਇੱਥੇ ਹੁੰਦੀ ਤੇ ਮੈਂ ਅੱਗੇ ਨੂੰ ਹੋਣਾ, ਇਹਨੇ ਚੁੱਭਣਾ ਮੇਰੇ, ਠੀਕ ਹੈ ਜੀ। ਸੋ ਮੈਂ ਸਾਈਡ ਨੂੰ ਕਰਦਾ। ਕਈ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਮੈਨੂੰ ਜੇ ਕੁਛ ਚੱਕਣਾ ਪੈ ਜਾਵੇ ਨਾ ਤੇ ਇਟਸ ਨਾਟ ਈਜ਼ੀ ਫॉर ਮੀ, ਮੈਂ ਲੰਬਾ ਆ ਚੌੜਾ ਆ, ਸੋ ਮੈਂ ਯਾਰ ਸਾਈਡ ਤੇ ਰੱਖਦਾ ਆ। ਅਗੇਨ ਤੁਸੀਂ ਫਿਗਰ ਆਊਟ ਕਰ ਸਕਦੇ ਆ। ਜਦੋਂ ਮੈਂ ਸਾਈਡ ਤੇ ਕਰਦਾ ਆ ਥੋੜੀ ਜੀ ਜਗ੍ਹਾ ਰਹਿ ਜਾਂਦੀ ਆ ਆਹ ਜਗ੍ਹਾ ਦੇ ਵਿੱਚ, ਠੀਕ ਹੈ ਜੀ। ਸੋ ਉੱਥੇ ਮੈਂ ਇਦਾਂ ਦੇ ਇਹਨੂੰ ਡੰਪ ਪਾਊਚ ਕਹਿ ਲਈਦਾ ਆਪਾਂ। ਅਗੇਨ ਦੂਜੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ, ਪਰ ਐਤਕੀ ਮੈਂ ਤੁਹਾਨੂੰ ਦੱਸਦਾ ਆ ਕਿੱਥੇ ਤੁਹਾਨੂੰ ਪੈਸੇ ਲਾਉਣੇ ਚਾਹੀਦੇ। ਇਹ ਵੀ ਕ੍ਰਾਈਡੈਕਸ ਦਾ ਸੀਗਾ, ਇਹ $15 ਦਾ। ਆਈ ਥਿੰਕ ਮੈਕਸਪੈਡੀਸ਼ਨ ਕੰਪਨੀ ਆ, ਉਹ 20-25 ਆਈ ਥਿੰਕ $25 ਜਾਂ $30 ਦਾ ਬਣਾਉਂਦੀ ਆ, ਉਹ ਇਹ ਤੋਂ ਵਧੀਆ ਆ। ਪਰ ਆਈ ਥਿੰਕ ਦ ਬੈਸਟ ਇਜ਼ ਮੈਂ ਦੇਖਿਆ ਸੀਗਾ ਕਲਾਸ ਦੇ ਵਿੱਚ ਗਿਆ ਸੀ, ਉਹਦੀ ਵੀ ਮੈਂ ਤੁਹਾਨੂੰ ਲੱਭ ਕੇ ਦੱਸ ਦੂੰਗਾ। ਆਈ ਥਿੰਕ $30 ਦਾ ਹੋਣਾ ਆ। ਉਹ ਯਾਰ ਛੋਟਾ ਆ, ਪਰ ਉਹ ਨਾ ਵਾਈਨਲ ਨਹੀਂ ਯਾਰ, ਕੀ ਉਹਨੂੰ ਕਹੀਦਾ ਆ, ਲਾਈਕ ਪੋਲੀਐਸਟਰ ਦਾ ਬਣਿਆ ਆ। ਸੋ ਉਹ ਤੁਸੀਂ ਥੱਲਿਓਂ ਬਸ ਖਿੱਚ ਲਈਦਾ ਆ। ਉਹ ਇਹ ਤੋਂ ਆਈ ਥਿੰਕ ਲੈਸ ਦੈਨ ਹਾਫ ਹੋਊਗਾ ਸਾਈਜ਼ ਦੇ ਵਿੱਚ। ਥੱਲੇ ਉਹਨੂੰ ਖਿੱਚ ਲਈਦਾ ਲਿਫਾਫੇ ਵਾਂਗੂ, ਤੇ ਜਦੋਂ ਵਰਤਿਆ ਤੇ ਤੁਹਾਨੂੰ ਹੁਣ ਨਹੀਂ ਚਾਹੀਦਾ ਤੇ ਉਦਾਂ ਹੀ 2 ਉਂਗਲਾਂ ਦੇ ਨਾਲ ਉਹਨੂੰ ਵਿੱਚ ਧੱਕਤਾ ਐਂਡ ਇਟ ਸਟੋਰਡ ਅਵੇ। ਸੋ ਇਹਦਾ ਫਾਇਦਾ ਇਹ ਆ ਕਿ ਜਦੋਂ ਤੁਸੀਂ ਲੈਟਸ ਸੇ ਤੁਸੀਂ ਇੱਕ ਸਟੈਂਡਿੰਗ ਕਲਾਸ ਸ਼ੂਟ ਕਰਨ ਦੇ ਆ, ਜਿੱਦਾਂ ਤੁਸੀਂ ਦੇਖੀਆਂ ਮੈਂ ਕੀਤੀਆਂ, ਤੇ ਥੱਲੇ ਰੇਤਾ ਆ, ਤੇ ਹੁਣ ਜਿੱਦਾਂ 1911 ਦਾ ਮੈਗਜ਼ੀਨ ਰੇਤਾ ਦੇ ਵਿੱਚ ਚਲੇ ਜੇ, ਇਟਸ ਅ ਫ੍ਰਿਕਿੰਗ ਪ੍ਰੋਬਲਮ। ਸੋ ਮੈਂ ਕੀ ਕਰਦਾ ਆ, ਜਦੋਂ ਮੈਗਜ਼ੀਨ ਕੱਢਿਆ ਤੇ ਇੱਥੇ ਹੀ ਮੈਂ ਸੇਵ ਕਰ ਲੈਣਾ ਰਾਈਟ। ਸੋ ਮੈਂ ਆਹ ਚੀਜ਼ ਨੂੰ ਅੰਦਰਲੇ ਬੰਨੇ ਕਰ ਲੈਣਾ ਆ ਐਂਡ ਦੈਨ ਇਟ ਜਸਟ ਸਿਟਸ ਲਾਈਕ ਦਿਸ, ਠੀਕ ਹੈ ਜੀ। ਸੋ ਮੈਂ ਸ਼ੂਟ ਕਰਨ ਡਿਆ, ਮੈਗਜ਼ੀਨ ਨਿਕਲਿਆ, ਇਹਦੇ ਵਿੱਚ ਸਿੱਟਿਆ and it's kind of big, then I'll put the new one, ਇਹ ਨਿਕਲਿਆ ਇਹਦੇ ਵਿੱਚ ਰੱਖ ਲਿਆ। ਇਹਦੇ ਵਿੱਚ ਆਲਸੋ ਜੇ ਤੁਸੀਂ ਕਲਾਸ ਕੋਈ ਲਾਉਂਦੇ ਆ ਜਿਹਦੇ ਵਿੱਚ ਰਾਉਂਡ ਕਾਊਂਟ ਕਾਫੀ ਹਾਈ ਆ, ਤੁਸੀਂ ਜ਼ਿਆਦੀਆਂ ਗੋਲੀਆਂ ਚਲਾਉਂਦੇ ਆ, ਤੇ ਮੈਂ ਕੀ ਕਰਦਾ ਆ, ਮੈਂ ਕਾਫੀ ਗੁੱਛਾ ਜਿਹਾ ਭਰ ਕੇ ਜਾਂ ਜ਼ਿਪਲੌਕ ਬੈਗਸ ਹੁੰਦੇ ਆ ਮੇਰੇ ਕੋਲ, ਮੈਂ ਜ਼ਿਪਲੌਕ ਬੈਗ ਹੀ ਇਹਦੇ ਵਿੱਚ ਰੱਖ ਲੈਣਾ ਆ, ਠੀਕ ਹੈ ਜੀ। ਪਲਾਸਟਿਕ ਦਾ ਬੈਗ ਇਹਦੇ ਵਿੱਚ ਰੱਖ ਲੈਣਾ, ਤੇ ਜਦੋਂ ਉਹ ਗੱਲਾਂ ਕਰਨ ਦੇ ਹੁੰਦੇ ਆ ਮੈਂ ਨਾਲ ਹੀ ਭਰੀ ਜਾਣੀਆਂ। ਸਪੈਸ਼ਲੀ ਮੈਂ ਨਿਊਯਾਰਕ ਦੇ ਵਿੱਚ ਰਹਿਣਾ, ਇੱਥੇ ਤੁਸੀਂ 10 ਰਾਊਂਡ ਹੀ ਰੱਖ ਸਕਦੇ ਆ, ਤੇ 10 ਰਾਊਂਡ ਤੋਂ ਬਾਅਦ ਲੋਕਾਂ ਕੋਲ 30 ਰਾਊਂਡ ਦੇ ਮੈਗਜ਼ੀਨਸ ਹੁੰਦੇ ਆ, ਤੇ ਮੈਂ 10 ਦੇ ਨਾਲ ਕੰਮ ਕਰਨ ਡਿਆ। ਸੋ ਉਹਨਾਂ ਨੇ ਕਲਾਸ ਲਾਈ ਜਾਣੀ ਤੇ ਮੈਂ ਇੱਥੇ ਨਾਲ ਭਰੀ ਜਾਣਾ ਰਾਈਟ। ਇਦਾਂ ਨਹੀਂ ਕਿ ਸਾਰਾ ਸਮਾਨ ਇੱਥੇ ਛੱਡ ਕੇ ਤੇ ਗਨ ਲੈ ਕੇ ਤੇ ਮੈਂ ਪਿੱਛੇ ਜਾਵਾਂ ਬਲਾ ਬਲਾ ਬਲਾ, ਇੱਥੇ ਹੀ ਸਾਰਾ ਕੁਝ ਹੈਗਾ। ਜੇਬਾਂ ਦੇ ਵਿੱਚ ਤੁਸੀਂ ਜਾ ਹੀ ਨਹੀਂ ਸਕਦੇ ਰਾਈਟ, ਅਨਲੈਸ ਜੇ ਤੁਸੀਂ ਟੈਕਟੀਕਲ ਪੈਂਟਸ, ਵਧੀਆ ਪੈਂਟਸ ਜਿਹੜੀਆਂ ਮਹਿੰਗੀਆਂ ਤਕੜੀਆਂ ਆਉਂਦੀਆਂ, ਜਿੱਦਾਂ ਭੁਪਿੰਦਰ ਭਾਜੀ ਨੂੰ ਤੁਸੀਂ ਕਿਸੇ ਵੀ ਕਲਾਸ ਦੇ ਵਿੱਚ ਦੇਖਿਓ, ਕੱਪੜੇ ਤਕੜੇ ਹੀ ਹੁੰਦੇ ਆ ਮੇਰੇ ਵੀਰ ਦੇ ਯਾਰ, ਲਾਈਕ ਹੀ ਡਜ਼ ਨਾਟ ਮਿਸ ਅਰਾਊਂਡ। ਸੋ ਜੇ ਤੁਸੀਂ ਇਦਾਂ ਆ ਤੇ ਆ ਬੈਲਟ ਪੈਂਟ ਦੇ ਵਿੱਚ ਤੁਸੀਂ ਜਾ ਹੀ ਨਹੀਂ ਸਕਦੇ। ਆਈ ਮੀਨ ਮੈਂ ਚਲੇ ਗਿਆ ਆ, ਪਰ ਜੇ ਕੁਝ ਖਿੱਚਣਾ ਹੁੰਦਾ ਇੱਧਰ ਕਿੱਦਾਂ ਜਾਓਗੇ ਤੁਸੀਂ ਰਾਈਟ, ਨਹੀਂ ਜਾ ਸਕਦੇ। ਸੋ ਦਿਸ ਇਜ਼ ਰੀਲੀ ਇੰਪੋਰਟੈਂਟ, ਜਾਂ ਚੱਜ ਦੀ ਪੈਂਟ ਪਾਇਓ, ਟੈਕਟੀਕਲ ਪੈਂਟ। ਓਕੇ, ਸੋ ਇਧਰੋਂ ਕਵਰ ਕਰਤਾ। ਐਂਡ ਅਗੇਨ ਤੁਹਾਡੀ ਨੀਡਸ ਤੇ ਡਿਪੈਂਡ ਕਰਦਾ, ਤੁਸੀਂ ਹੋਰ ਚੀਜ਼ਾਂ ਵੀ ਲਾ ਸਕਦੇ ਆ। ਹੈ ਜੀ ਟਰਨਕਿਟ। ਸੋ ਇਹ ਮੈਂ ਅਟੈਚ ਕੀਤੀ ਆ ਇੱਦਾਂ ਦੀ ਚੀਜ਼ ਦੇ ਨਾਲ, ਠੀਕ ਹੈ ਜੀ। ਨੋਰਮਲੀ ਇਹ ਸਟੈਂਡਿੰਗ ਅਪ ਹੁੰਦੀ ਆ, ਇੱਦਾਂ ਹੁੰਦੀ ਆ, ਤੇ ਨੋਰਮਲੀ ਲੋਕੀ ਆਪਣੇ ਪਿਛਲੇ ਬੰਨੇ ਲਾ ਦਿੰਦੇ ਆ। ਮੈਂ ਇੱਕ ਕਲਾਸ ਲਾਈ ਸੀਗੀ ਯਾਰ, ਉਹਦੇ ਵਿੱਚ
5-6 ਘੰਟੇ ਅਸੀਂ ਮੈਡੀਕਲ ਕੀਤਾ ਸੀਗਾ ਤੇ ਮੈਨੂੰ ਉੱਥੇ ਪਤਾ ਲੱਗ ਗਿਆ ਕਿੰਨਾ ਜ਼ਰੂਰੀ ਆ ਕਿ ਇਹ ਟਰਨਕਿਟ ਜਦੋਂ ਤੁਹਾਡੇ ਗੋਲੀ ਲੱਗੀ ਹੋਵੇ ਕਿਤੇ ਖੂਨ ਨਿਕਲਣਾ ਹੋਵੇ, ਯੂ ਵਾਂਟ ਟੂ ਸਟਾਪ ਦ ਬਲੀਡ, ਕਿੰਨਾ ਜ਼ਰੂਰੀ ਆ ਕਿ ਤੁਹਾਡੇ ਦੋਵੇਂ ਹੱਥ ਇਹਨੂੰ ਲੱਗ ਸਕਣ। ਇੱਧਰ ਸੱਟ ਲੱਗੀ ਆ, ਆਹ ਹੱਥ ਫੜ ਸਕੇ। ਮੈਂ ਜਿੱਥੇ ਲਾਉਂਦਾ ਸੀਗਾ ਮੇਰਾ ਇੱਧਰਲਾ ਹੱਥ ਉੱਥੇ ਜਾ ਹੀ ਨਹੀਂ ਸਕਦਾ, ਠੀਕ ਹੈ ਜੀ। ਕਈ ਲੋਕ ਹੁਣ ਕੀ ਕਰਦੇ ਆ, ਜਿੱਦਾਂ ਭੁਪਿੰਦਰ ਭਾਜੀ ਨੇ ਆਪਣੇ ਗੰਦੇ ਹੋਸਟਰ ਦੇ ਉੱਤੇ ਲਾਤਾ। ਅਗੇਨ ਤੁਸੀਂ ਹੌਲੀ ਹੌਲੀ ਚੇਂਜ ਕਰੀ ਜਾਓ। ਮੇਬੀ ਮੈਂ ਵੀ ਕਰ ਦੂੰਗਾ, ਆਈ ਡੋਂਟ ਥਿੰਕ ਸੋ, ਬਿਕਾਜ਼ ਇਹ ਮੇਰਾ ਫ੍ਰੀ ਸਪੇਸ ਆ ਐਂਡ ਆਈ ਲਾਈਕ ਇਟ। ਇਹ ਮੇਰੇ ਚੁੱਭਦਾ ਵੀ ਨਹੀਂ ਆ, ਬਿਕਾਜ਼ ਯੂ ਨੋ ਸਾਈਡਵੇਜ਼ ਲੱਗਾ ਆ, ਤੁਸੀਂ ਇੱਥੇ ਵੀ ਦੇਖ ਸਕਦੇ ਆ ਸਾਈਡਵੇਜ਼ ਲੱਗਾ ਆ। ਇਟ ਡਜ਼ਨਟ ਬਾਦਰ ਮੀ। ਜੇ ਕੋਈ ਹੋਰ ਜ਼ਰੂਰੀ ਚੀਜ਼ ਆ ਗਈ ਜਿਹੜੀ ਮੈਂ ਲਾਉਣੀ ਚਾਹੂੰਗਾ ਤੇ ਉਹ ਇੱਥੇ ਲੱਗੂਗੀ, ਦੈਨ ਆਈ ਕੈਨ ਡੂ ਦੈਟ। ਮੈਂ ਉਹਨੂੰ ਟ੍ਰਾਂਸਫਰ ਕਰ ਦੂੰਗਾ। ਤੇ ਲੋਕੀ ਕੀ ਕਰਦੇ ਆ, ਹੋਸਟਰ ਦੇ ਇੱਥੇ ਬੰਨੇ ਲਾ ਦਿੰਦੇ ਆ, ਠੀਕ ਹੈ ਜੀ। ਐਂਡ ਨਾ ਤੁਹਾਡੇ ਹੱਥ ਦੇ ਵਿੱਚ ਵੱਜਣਾ, ਨਾ ਤੁਹਾਡੇ ਹੋਸਟਰ ਦੇ ਵਿੱਚ ਉਹਨੇ ਬਾਦਰ ਕਰਨਾ, ਐਨੀਥਿੰਗ ਲਾਈਕ ਦੈਟ। ਜੇ ਤੁਸੀਂ ਟਰਨਕਿਟ ਲੈਣੀ ਆ, ਓਰੀਜਨਲ ਲਿਓ। ਆਈ ਥਿੰਕ ਇਟਸ ਕਾਲਡ ਕੈਟ 7, ਆਈ ਥਿੰਕ ਜੈਨ 7, ਠੀਕ ਹੈ ਜੀ। ਆਈ ਥਿੰਕ ਉਹ ਸਭ ਤੋਂ ਨਵੀਂ ਆ। ਹੋਰ ਅਜੀਬ ਜਿਹੀਆਂ ਵੀ ਆਉਂਦੀਆਂ, ਪਰ ਯਾਰ ਉਹ ਚੀਜ਼ ਲਓ ਕਿ ਜੇ ਤੁਹਾਡੀ ਸੱਟ ਲੱਗੀ ਹੋਵੇ, ਰਾਈਟ। ਤੁਸੀਂ ਕੋਈ ਲੈਟਸ ਸੇ ਤੁਸੀਂ ਕੋਈ ਫੈਂਸੀ ਚੀਜ਼ ਰੱਖੀ ਆ ਤੇ ਤੁਹਾਨੂੰ ਵਰਤਣੀ ਆਉਂਦੀ ਆ, ਪਰ ਜਦੋਂ ਸੱਟ ਲੱਗੀ ਹੋਵੇ ਕਿਸੇ ਦੇ, ਲੈਟਸ ਸੇ ਮੇਰੇ ਸੱਟ ਲੱਗ ਗਈ ਆ, ਜਦੋਂ ਤੁਸੀਂ ਮੈਨੂੰ ਆਏ ਟਰੀਟ ਕਰਨ ਦੇ ਲਈ, ਤੁਸੀਂ ਕੋਈ ਵੀ ਟ੍ਰੇਨਿੰਗ ਲੈ ਲਓ, ਉਹ ਤੁਹਾਨੂੰ ਕਹੂਗੇ ਕਿ ਜਿਹੜੇ ਬੰਦੇ ਦੇ ਸੱਟ ਲੱਗੀ ਆ ਪਹਿਲਾਂ ਉਹਦਾ ਸਮਾਨ ਵਰਤੋ। ਸੋ ਤੁਸੀਂ ਮੇਰੀ ਟਰਨਕਿਟ ਬਾਹਰ ਖਿੱਚੋਗੇ ਤੇ ਜੇ ਤੁਹਾਨੂੰ ਨਾ ਵਰਤਣੀ ਆਈ ਤੁਸੀਂ ਕੀ ਕਰੋਗੇ, ਰਾਈਟ। ਸੋ ਮੈਂ ਚਾਹੁੰਦਾ ਆ ਕਿ ਮੈਨੂੰ ਵੀ ਵਰਤਣੀ ਆਉਂਦੀ ਹੋਵੇ, ਤੁਹਾਨੂੰ ਵੀ ਉਹ ਚੀਜ਼ ਰੱਖੋ ਜਿਹੜੀ ਸਾਰਿਆਂ ਨੂੰ ਚਲਾਉਣੀ ਆਉਂਦੀ ਹੋਵੇ, ਠੀਕ ਹੈ ਜੀ। ਸੋ ਇਹ ਰੱਖੋ। ਇੱਦਾਂ ਦੀਆਂ $30 ਦੀਆਂ ਆਉਂਦੀਆਂ ਆ। ਜਿਹੜਾ ਹੋਸਟਰ ਆ ਇਹ ਤੋਂ ਵਧੀਆ ਆਉਂਦੇ ਆ ਵਾਈਲਡਰ ਟੈਕਟੀਕਲ, ਕੋਈ ਹੋਸਟਰ ਲਿਓ। ਮੈਂ ਆ ਸਿਰਫ ਤਾਂ ਲਾਇਆ ਕਿ ਇਹਦੇ ਉੱਤੇ ਮੈਂ ਸਿੱਖ ਆਰਮੀ ਲਿਖਾਇਆ ਆ ਤੇ ਮੈਨੂੰ ਪਿਆਰਾ ਲੱਗਾ ਤੇ ਮੇਰੇ ਦੋਸਤ ਨੇ ਇੱਥੇ ਮੇਰਾ ਨਾਮ ਵੀ ਲਿਖਿਆ ਸੀਗਾ। ਸੋ ਦੈਟਸ ਵਾਈ ਆਈ ਕੀਪ ਦਿਸ। ਜਿਹੜਾ ਇਹਦੇ ਪਿੱਛੇ ਕੀ ਮੈਂ ਤੁਹਾਨੂੰ ਦੱਸਣ ਡਿਆ ਸੀਗਾ, ਆਹ ਚੀਜ਼ ਲੱਗੀ ਆ। ਦੇਖੋ ਮੈਂ ਇੱਕ ਹੋਰ ਵੀ ਗਲਤੀ ਕੀਤੀ ਸੀਗੀ, ਜਿਹੜੀਆਂ ਹੋਰ ਮੈਂ ਦੂਜੀਆਂ ਚੀਜ਼ਾਂ ਲਾਈਆਂ ਆ, ਮੈਂ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਲਾਈਆਂ। ਇੱਦਾਂ ਦਾ ਵੱਡਾ ਵੀ ਮਿਲ ਜਾਂਦਾ ਜਿਹਦੇ ਵਿੱਚ ਕਾਫੀ ਮੋਹਰੀਆਂ ਆ, ਇੱਦਾਂ ਦੇ ਵੀ ਮਿਲ ਜਾਂਦਾ ਜਿਹਦੇ ਵਿੱਚ ਘੱਟ ਮੋਹਰੀਆਂ ਆ, ਰਾਈਟ, ਰੋਜ਼ ਆ। ਸੋ ਇੱਕ ਮੈਂ ਇੱਥੇ ਲਿਖ ਦੂੰਗਾ ਇਹ ਕੀ ਹੁੰਦਾ ਆ। ਇੱਕ ਇਹਦਾ ਤਰੀਕਾ ਹੁੰਦਾ ਆ ਖੋਲ੍ਹਣ ਦਾ, ਆਈ ਮੀਨ ਡਿਫਰੈਂਟ ਮਾਡਲਸ ਹੁੰਦੇ ਆ। ਆਹ ਮਾਡਲ ਹੁੰਦਾ ਆ ਕਿ ਤੁਸੀਂ ਥੱਲਿਓਂ ਬਟਨ ਨੱਪਿਆ ਤੇ ਇਹਨੇ ਖੋਲ ਜਾਣਾ। ਪ੍ਰੋਬਲਮ ਕੀ ਆ, ਇਟਸ ਨਾਈਸ ਜੇ ਗੱਡੀ 'ਚ ਕੋਈ ਚੀਜ਼ ਟੰਗਣੀ ਹੋਵੇ, ਕੋਈ ਚੀਜ਼ ਯੂ ਨੋ ਸਮ। ਯਾਰ ਮੈਂ ਇਹਨੂੰ ਲਾਇਆ ਸੀਗਾ ਪਿਛਲੀ ਦੇ ਵਿੱਚ, ਮੈਂ ਆਪਣੀ ਆ ਟਰਨਕਿਟ ਦੇ ਉੱਤੇ, ਤੇ ਜਦੋਂ ਮੈਂ ਬਹਿੰਦਾ ਸੀਗਾ ਤੇ ਅਗੇਨ ਤੁਸੀਂ ਸੋਚੋ ਆ ਕਿੱਥੇ ਲੱਗਾ, ਰਾਈਟ। ਜਦੋਂ ਮੈਂ ਬਹਿੰਦਾ ਸੀ ਤੇ ਆ ਮੇਰੇ ਪੱਟ ਦੇ ਉੱਤੇ ਬਟਨ ਨੱਪਿਆ ਜਾਂਦਾ ਸੀਗਾ, ਆ ਖੁੱਲ ਗਿਆ ਤੇ ਫਿਰ ਮੇਰੀ ਟਰਨਕਿਟ ਬਸ ਲਮਕੀ ਥੱਲੇ। ਤੇ ਇੱਕ ਮੁੰਡਾ ਸੀਗਾ, ਉਹਦਾ ਨਾਂ ਸੀ ਨਿਕ, ਉਹਨੇ ਮੈਨੂੰ ਆ ਹਨੇਰੇ ਦੇ ਵਿੱਚੋਂ ਲੱਭ ਕੇ ਦਿੱਤੀ ਸੀਗੀ। ਹੀ ਇਜ਼ ਲਾਈਕ ਓ, ਆਬਵੀਅਸਲੀ ਮੇਰਾ ਨਾਂ ਲਿਖਿਆ ਸੀਗਾ। ਇਹ ਵੀ ਇੱਕ ਹੋਰ ਚੀਜ਼ ਆ। ਆਈ ਨੋ ਇਹ ਚੀਜ਼ਾਂ ਲੱਥ ਕੇ ਡਿੱਗਣੀਆਂ ਨਹੀਂ ਆ, ਪਰ ਹਰ ਇੱਕ ਚੀਜ਼ ਦੇ ਉੱਤੇ ਆਪਣਾ ਨਾਂ ਲਿਖਿਆ ਕਰੋ। ਅੰਦਰਲੇ ਬੰਨੇ ਜਿੱਥੇ ਘਸ ਨਾ ਸਕੇ ਪਰਮਨੈਂਟ ਮਾਰਕਰ ਦੇ ਨਾਲ, ਸਿਲਵਰ ਪਰਮਨੈਂਟ ਮਾਰਕਰ ਵੀ ਆ ਜਾਂਦੇ ਆ ਜਿਹੜੇ ਤੁਸੀਂ ਕਾਲੇ ਦੇ ਉੱਤੇ ਲਾ ਸਕਦੇ ਆ। ਕਿਉਂਕਿ ਯਾਰ ਕੁਛ ਨਾ ਕੁਛ ਡਿੱਗ ਜਾਂਦਾ, $50-100 ਉੱਦਾਂ ਹੀ ਗਵਾਚ ਜਾਂਦਾ ਆ। ਭੁਪਿੰਦਰ ਭਾਈ ਨੇ ਮੈਨੂੰ ਕਿਹਾ ਸੀਗਾ, ਮੈਨੂੰ ਯਕੀਨ ਨਹੀਂ ਹੁੰਦਾ ਸੀ, ਪਰ ਉਹ ਕਲਾਸ ਦੇ ਵਿੱਚ ਇੱਕ ਵਾਰੀ ਮੇਰੀ ਨਾਈਫ ਡਿੱਗੀ ਸੀਗੀ, ਬਿਕਾਜ਼ ਅਗੇਨ ਮੈਂ ਇਦਾਂ ਦਾ ਲਾਇਆ ਸੀਗਾ, ਤੇ ਇੱਕ ਵਾਰੀ ਆ ਡਿੱਗਾ ਸੀ। ਐਂਡ ਨਾਈਫ ਜਿਹੜੀ ਆ ਆਈ ਥਿੰਕ ਮੈਨੂੰ 300 ਕੁ 'ਚ ਪੈਣੀ ਸੀਗੀ, ਤੇ ਆਹ ਚੀਜ਼ $50 ਦੀ ਸੈਟਅਪ ਆ। ਸੋ ਜੇ ਨੁਕਸਾਨ ਹੋਣ ਤੋਂ ਬਚਾ ਸਕਦੇ ਆ ਤੇ ਬਚਾਓ। ਜਿਹੜੇ ਦੂਸਰੇ ਇਦਾਂ ਦੇ ਆਉਂਦੇ ਆ, ਇਹਨਾਂ ਦੇ ਪਿਛਲੇ ਬੰਨੇ ਲੋਕ ਆ ਟੁੱਟਾ ਆ, ਠੀਕ ਹੈ ਜੀ। ਤੇ ਉਹ ਨੋਰਮਲੀ ਲੋਕ ਇਦਾਂ ਜਾ ਕੇ ਇਦਾਂ ਵਿੱਚ ਫਸ ਜਾਂਦੇ। ਸੋ ਤੁਹਾਨੂੰ 9 ਇਹਦੇ ਵਿੱਚ ਪਾ ਕੇ ਪਹਿਲਾਂ ਥੱਲੇ ਕਰਨਾ ਪਊਗਾ, ਫਿਰ ਇੱਧਰੋਂ ਸਾਈਡਾਂ ਤੋਂ ਤੁਹਾਨੂੰ ਨੱਪਣਾ ਪਊਗਾ ਤੇ ਇਹਨੇ ਖੋਲ ਜਾਣਾ। ਸੋ ਆਬਵੀਅਸਲੀ ਤੁਸੀਂ ਪੱਟ ਦੇ ਨਾਲ ਨਹੀਂ ਕਰ ਸਕਦੇ, ਇਹਨੂੰ ਲਾ ਕੇ ਇਹਨੂੰ ਚੱਜ ਨਾਲ ਲਾਉਣਾ ਪਊਗਾ ਬੇਸਿਕਲੀ, ਰਾਈਟ। ਪਿੱਛੋਂ ਜਾ ਕੇ ਉਹ ਚੀਜ਼ ਨੂੰ ਕੱਢ ਕੇ। ਸੋ ਗੋ ਫॉर ਦਿਸ। ਹੁਣ ਆਪਾਂ ਆਉਨੇ ਆ ਜੀ ਹੋਸਟਰ ਦੇ ਉੱਤੇ। ਪਹਿਲਾਂ ਮੈਂ ਤੁਹਾਨੂੰ ਆ ਅਟੈਚਿੰਗ ਪੁਆਇੰਟ ਦੱਸਦਾ ਆ। ਆਹ ਜਿਹੜੀ ਉੱਪਰਲੀ ਚੀਜ਼ ਆ, ਇਹ ਨੋਰਮਲੀ ਤੁਹਾਡੇ ਹੋਸਟਰ ਦੇ ਨਾਲ ਆਊਗੀ, ਜਿਵੇਂ ਤੁਸੀਂ ਇਹਦੇ ਉੱਤੇ ਦੇਖ ਸਕਦੇ ਆ, ਰਾਈਟ। ਆਹ ਚੀਜ਼ ਨਾਲ ਹੀ ਆਊਗੀ। ਆਹ ਹੋਸਟਰ ਪੂਰਾ ਇਦਾਂ ਦਾ ਹੁੰਦਾ, ਸਫਾਰੀ ਲੈਂਡ ਦਾ ਆ। ਆਈ ਥਿੰਕ ਸਫਾਰੀ ਲੈਂਡ ਜੇ ਤੁਸੀਂ ਕਲਾਸਿਸ ਲਾਉਂਦੇ ਆ ਕੋਈ ਟੈਕਟੀਕਲ ਤਰੀਕੇ ਦੇ ਨਾਲ, ਆਈ ਥਿੰਕ ਸਫਾਰੀ ਲੈਂਡ ਇਜ਼ ਸਟਿਲ ਨੰਬਰ 1। ਕਾਫੀ ਟਾਈਮ ਦੇ ਆਉਣ ਡੇ ਆ। ਮੈਂ ਕਾਫੀ ਪੈਸੇ ਬਰਬਾਦ ਕੀਤੇ ਆ ਹੋਸਟਰਸ ਦੇ ਉੱਤੇ, ਐਂਡ ਆਈ ਥਿੰਕ ਹੌਲੀ ਜੀ ਯਾਰ ਡਿਨਾਈ ਨਹੀਂ ਕਰ ਸਕਦੇ। ਮੋਟੇ ਆ, ਅਗਲੀ ਆ, ਪਰ ਯਾਰ ਤਕੜੇ ਆ, ਹਰ ਕੋਈ ਚੀਜ਼ ਚੱਲਦੀ ਆ ਯਾਰ, ਲਾਈਕ ਇਟਸ ਟੈਂਕ ਆ ਬੇਸਿਕਲੀ। ਸੋ ਇਹਨੂੰ UBL ਕਹਿੰਦੇ ਆ, ਠੀਕ ਹੈ ਜੀ। ਇਹਨੂੰ UBL ਕਹਿੰਦੇ ਆ। ਆ ਜਿਹੜੀ ਚੀਜ਼ ਅੰਦਰਲੇ ਬੰਨੇ ਆ, ਜਿਹਨੇ ਹੋਸਟਰ ਨੂੰ ਫੜਿਆ, ਇੱਥੇ 3 ਸਕਰੂ ਲੱਗੇ ਆ ਜਿਹੜੇ ਹੋਸਟਰ ਨੂੰ ਫੜਿਆ। 3 ਤਰ੍ਹਾਂ ਦੇ ਆਉਂਦੇ ਆ
ਆ ਆ ਜੀ ਹਾਈ, ਮਤਲਬ ਸਾਰੇ ਨੂੰ ਉੱਚਾ। ਇਹ ਤੋਂ ਮੀਡੀਅਮ ਆਉਂਦਾ ਆ, ਮੀਡੀਅਮ ਥੋੜਾ ਜਿਹਾ ਨੂੰ ਥੱਲੇ ਕਰ ਦਿੰਦਾ ਆ, ਤੇ ਇੱਕ ਲੋ ਆਉਂਦਾ ਆ ਤੇ ਉਹ ਸਾਰੇ ਨੂੰ ਲੋ ਆ। ਕੀ ਫਾਇਦਾ? ਫਾਇਦਾ ਇਹ ਆ ਕਿ ਯਾਰ ਤੁਹਾਡੀਆਂ ਬਾਹਾਂ ਤੇ ਡਿਪੈਂਡ ਕਰਦਾ। ਜੇ ਤੁਸੀਂ ਗਨ ਇਦਾਂ ਲਈ ਆ ਤੇ ਤੁਸੀਂ ਇੱਥੇ ਲੈਟਸ ਸੇ ਹਾਈ ਵਾਲਾ ਲਿਆਇਆ ਤੇ ਤੁਹਾਨੂੰ ਹਮੇਸ਼ਾ ਇਦਾਂ ਕਰਨਾ ਪਿਆ ਕਰਨਾ, ਠੀਕ ਹੈ ਜੀ। ਜੇ ਤੁਸੀਂ ਮੀਡੀਅਮ ਕੀਤਾ ਆ ਤੇ ਤੁਸੀਂ ਇੱਥੇ ਆ ਗਏ। ਜੇ ਤੁਸੀਂ ਪੂਰਾ ਮੇਰੇ ਵਾਂਗੂ ਕੋਸ਼ਿਸ਼ ਕੀਤੀ ਆ ਕਿ ਲੋ ਤੋਂ ਲੋ ਚੱਲ ਜੇ, ਕਿਉਂਕਿ ਮੇਰੀਆਂ ਬਾਹਾਂ ਕਾਫੀ ਲੰਬੀਆਂ ਆ, ਤੇ ਮੈਂ ਸਿੱਧਾ ਇੱਥੇ ਆ ਗਿਆ, ਠੀਕ ਹੈ ਜੀ। ਸਿੰਪਲ ਹੋ ਜਾਂਦਾ। ਇੰਸਟੈਡ ਆਫ ਦੇਦਾਂ ਮੈਂ ਇੱਥੋਂ ਹੀ ਗਨ ਫੜ ਲੈਣੀ, ਇੰਸਟੈਡ ਆਫ, ਠੀਕ ਹੈ ਜੀ। ਸੋ ਤੁਹਾਡੀ ਬਾਡੀ ਤੇ ਡਿਪੈਂਡ ਕਰਦਾ ਆ। ਆਈ ਵੁੱਡ ਸੇ ਕਿ ਤੁਹਾਡੀ ਹਾਈਟ ਜੇ ਤੁਸੀਂ ਬਹੁਤ ਲੰਬੇ ਆ ਤੇ ਲੋ ਲਓ, ਜੇ ਤੁਸੀਂ ਛੋਟੇ ਆ ਕੱਦ ਦੇ ਵਿੱਚ ਤੇ ਹਾਈ ਲਓ। ਇਟਸ ਸਿੰਪਲ ਐਜ਼ ਦੈਟ। ਪਰ ਤੁਸੀਂ ਆਹ ਚੀਜ਼ ਵੀ ਕਰ ਸਕਦੇ ਆ। ਆ ਉਹੀ ਚੀਜ਼ ਜੀ UBL, ਤੇ ਇਹ ਐਡਜਸਟੇਬਲ ਆ। ਸੋ ਮੈਂ ਬੇਸਿਕਲੀ ਕੀ ਕਰ ਸਕਦਾ ਆ ਕਿ ਇਹਦੇ ਪਿਛਲੇ ਬੰਨੇ ਇੱਕ ਟੈਬ ਆ, ਮੈਂ ਟੈਬ ਨੂੰ ਖਿੱਚ ਕੇ ਇਹਨੂੰ ਉੱਪਰ ਥੱਲੇ ਕਰ ਸਕਦਾ ਆ ਤੇ ਫਿਰ ਉਹਨੂੰ ਉੱਥੇ ਲੌਕ ਕਰ ਸਕਦਾ। ਇਟਸ ਰੀਅਲੀ ਨਾਈਸ। ਇਹ ਨਾ ਮਹਿੰਗਾ ਨਹੀਂ ਆ। $40 ਆਈ ਵਾਂਟ ਟੂ ਸੇ, $40 ਦਾ, ਮੇਬੀ 45, ਠੀਕ ਹੈ ਜੀ। ਉਹਦੇ ਅੱਗੇ ਮੈਂ ਜਿਹੜੀ ਆ ਚੀਜ਼ ਲਾਈ ਆ ਇਹਦੇ ਨਾਲ ਨਹੀਂ ਆਉਂਦੀ। ਇਹਨੂੰ QLS ਕਹਿੰਦੇ ਆ, ਕੁਇਕ ਲਾਕਿੰਗ ਸਿਸਟਮ। ਸੋ ਆਹ ਤੁਸੀਂ ਦੇਖਿਆ ਮੈਂ ਇਹਦੇ ਉੱਤੇ ਲਾਇਆ ਸੀਗਾ, ਤੇ ਮੈਂ ਇਹਦੇ ਉੱਤੇ ਜਾ ਕੇ ਜੇ ਉਹੀ ਸਿਸਟਮ ਮੈਂ ਇੱਧਰ ਲਾਇਆ ਹੋਵੇ, ਆਹ ਦੋਵੇਂ ਪੀਸ ਮਿਲਦੇ ਆ ਤੁਹਾਨੂੰ, ਮੇਲ ਵੀ ਮਿਲਦਾ ਤੇ ਫੀਮੇਲ ਵੀ ਮਿਲਦੀ ਆ, ਤੇ ਤੁਸੀਂ ਉਹਦੇ ਵਿੱਚ ਜਾ ਕੇ ਤੇ ਲੌਕ ਕਰ ਲਿਆ, ਰਾਈਟ। ਤੇ ਜਦੋਂ ਕੱਢਣਾ ਆ ਥੱਲੇ 2 ਬਟਨ ਆ, ਇਹਨਾਂ ਨੂੰ ਕੱਢ ਕੇ ਤੁਸੀਂ ਕੱਢ ਲਿਆ। ਨੋਰਮਲੀ ਆ ਜਿਹੜੀ ਲੂਪ ਹੁੰਦੀ ਆ ਲੋਕੀ ਇਹਦੇ ਵਿੱਚੋਂ ਕੱਢਦੇ ਆ, ਮੈਂ ਨਹੀਂ ਕੱਢਦਾ, ਬਿਕਾਜ਼ ਜਿਹੜਾ ਮੇਰਾ ਆਹ ਸਿਸਟਮ ਆ ਨਾ ਇਹ ਅਲਾਉ ਨਹੀਂ ਕਰਦਾ। ਸੋ ਮੈਂ ਹੋਸਟਰ ਤੇ ਇਹਦੇ ਵਿੱਚੋਂ ਇਹਨੂੰ ਕੱਢਿਆ ਹੁੰਦਾ। ਇਹ ਤੁਹਾਡੀ ਲੱਤ ਦੇ ਉੱਤੇ ਲੱਗਦਾ ਆ ਕਿ ਤੁਸੀਂ ਜਦੋਂ ਪਿਸਟਲ ਨੂੰ ਕੱਢਣਾ ਦੇਖੋ ਕਿੰਨਾ ਹਿਲਦਾ, ਰਾਈਟ, ਕਿੰਨਾ ਹਿਲਦਾ। ਨਾ ਜੇ ਮੈਂ ਲੱਤ ਦੇ ਨਾਲ ਇਹਨੂੰ ਬੰਨਿਆ ਹੋਵੇ, ਥੋੜੀ ਜਿਹੀ ਟੈਨਸ਼ਨ ਹੋਵੇ, ਕਾਫੀ ਜ਼ਰੂਰੀ ਆ। ਲੈਗ ਸਟ੍ਰੈਪਸ ਆ ਜਾਂਦੀਆਂ ਆ ਜੀ, ਆਈ ਵੁੱਡ ਸੇ $15 ਤੋਂ ਸ਼ੁਰੂ ਹੋ ਜਾਂਦੀਆਂ ਆ। T-Rex ਆਰਮਸ ਕਾਫੀ ਵਧੀਆ ਬਣਾਉਂਦੀ ਆ। ਮੇਰੀ ਆ ਜੀ ਕ੍ਰਾਈਡੈਕਸ ਕੰਪਨੀ ਦੀ, ਮੇਰੇ ਖਿਆਲ ਨਾਲ, ਜਸਟ ਬਿਕਾਜ਼ ਇਟ ਵਾਸ ਫਰਮ, ਨਹੀਂ T-Rex ਦੀ ਆਈ ਆ। ਦੂਜੀ ਗਨ ਦੇ ਉੱਤੇ ਮੇਰੀ ਜਿਹੜੀ ਬੈਕਅਪ ਆ ਉਹਦੇ ਉੱਤੇ ਲਾਇਆ। ਆ T-Rex ਦੀ ਆ, ਆਈ ਥਿੰਕ ਲੈਟਸ ਜਸਟ ਸੇ $30 T-Rex ਆਰਮਸ। ਅਗਲੀ ਗੱਲ, ਹੁਣ ਤਾਂ ਆਪਾਂ ਹੋਸਟਰ ਤੇ ਪਹੁੰਚ ਜਾਂਦੇ ਆ। ਆਈ ਥਿੰਕ ਰਿਟੈਂਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੁਸੀਂ ਦੇਖਿਆ ਹੋਊਗਾ, ਅਗੇਨ ਜੇ ਤੁਸੀਂ ਵੀਡੀਓਜ਼ ਦੇਖਦੇ ਆ, ਤੇ ਮੈਂ ਇੱਕ ਕਲਾਸ ਦੇ ਵਿੱਚ ਗਿਆ ਸੀਗਾ ਜਿਹਦੇ ਵਿੱਚ ਅਸੀਂ ਭੱਜਣ ਡਏ ਸੀਗੇ। ਐਕਚੁਅਲੀ ਇਹਦੇ ਉੱਤੇ ਹੀ ਲਾ ਦਿੰਦਾ। ਅਸੀਂ ਭੱਜਣ ਡਏ ਸੀਗੇ ਤੇ ਯਾਰ ਮੇਰਾ ਆ ਗਨ ਮੇਰੀ ਨਿਕਲ ਕੇ ਡਿੱਗ ਪਈ, ਠੀਕ ਹੈ ਜੀ। ਇਹਦੇ ਉੱਤੇ ਰਿਟੈਂਸ਼ਨ ਸਕਰੂਜ਼ ਤੇ ਹੈਗੇ ਆ, ਔਰ ਮਤਲਬ ਕਿ ਤੁਸੀਂ ਉਹਨੂੰ ਨੱਪ ਸਕਦੇ ਆ, ਟਾਈਟ ਹੋ ਜਾਂਦੀ ਆ, ਕਿਉਂਕਿ ਇਹ ਪ੍ਰੈਸ ਫਿਟ ਆ, ਮਤਲਬ ਕਿ ਕਾਈਡੈਕਸ ਆ, ਰਾਈਟ, ਪਲਾਸਟਿਕ ਆ, ਪੋਲੀਮਰ ਆ ਇੱਕ, ਤੇ ਫ੍ਰਿਕਸ਼ਨ ਦੇ ਨਾਲ, ਜ਼ੋਰ ਦੇ ਨਾਲ ਹੀ ਇਹ ਬਹਿੰਦੀ ਆ। ਮੈਂ ਭੱਜਣ ਡਿਆ ਸੀਗਾ, ਉਹ ਸਕਰੂ ਥੋੜੇ ਢਿੱਲੇ ਸੀਗੇ ਤੇ ਇਹ ਡਿੱਗ ਕੇ ਸੈਂਡ ਦੇ ਵਿੱਚ ਬੈਠੀ ਸੀਗੀ। ਸੋ ਉਸ ਤੋਂ ਬਾਅਦ ਮੈਂ ਆਪਣੀ ਗੇਮ ਥੋੜੀ ਜਿਹੀ ਸਵਿਚ ਕਰਤੀ। ਉਦੋਂ ਮੈਨੂੰ ਪਤਾ ਲੱਗਾ ਕਿ ਯਾਰ ਚਲੋ ਸਫਾਰੀਲੈਂਡ ਵਧੀਆ ਹੀ ਰਹਿੰਦਾ ਆ, ਬਿਕਾਜ਼ ਸਫਾਰੀਲੈਂਡ ਨੋਰਮਲੀ ਪੁਲਿਸ ਵਾਲੇ ਵਰਤਦੇ ਆ, ਕੰਪੀਟੀਟਰਸ ਵਰਤਦੇ ਆ। ਕਈ ਕੰਪੀਟੀਸ਼ਨਸ ਦੇ ਵਿੱਚ ਰਿਕੁਆਇਰਮੈਂਟ ਵੀ ਹੁੰਦੀ ਆ ਕਿ ਯਾਰ ਤੁਹਾਡੇ ਕੋਲ ਕੋਈ ਨਾ ਕੋਈ ਰਿਟੈਂਸ਼ਨ ਦਾ ਸਿਸਟਮ ਹੋਣਾ ਚਾਹੀਦਾ ਕਿ ਇੱਕ ਬਟਨ ਨੱਪ ਕੇ ਤੁਹਾਡਾ ਹੋਸਟਰ, ਤੁਹਾਡੀ ਗਨ ਨਿਕਲੂਗੀ। ਸੋ ਮੈਂ ਇਹਦੇ ਉੱਤੇ ਤੁਹਾਨੂੰ ਦਿਖਾ ਦਿੰਦਾ। ਇਹ ਗਲੌਕ ਦਾ ਆ, ਮੇਰੇ ਕੋਲ ਗਲੌਕ ਇੱਥੇ ਪਿਆ ਤੇ ਹੈਗਾ ਨਹੀਂ ਆ ਜੀ। ਇਹਦੇ ਉੱਤੇ ਆ ਇੱਕ ਬਟਨ ਲੱਗਾ ਆ, ਜਿੰਨਾ ਚਿਰ ਤੁਸੀਂ ਆ ਬਟਨ ਨੂੰ ਪਿੱਛੇ ਨਹੀਂ ਕੀਤਾ ਗਨ ਨੇ ਬਾਹਰ ਨਹੀਂ ਨਿਕਲਣਾ। ਇਦਾਂ ਦੇ ਪੁਰਾਣੇ ਹੋਸਟਰਸ ਵੀ ਹੁੰਦੇ ਆ ਜਿਨ੍ਹਾਂ ਦੇ ਉੱਤੇ ਜ਼ਿਆਦੀਆਂ ਰਿਟੈਂਸ਼ਨ ਮਿਲ ਜਾਂਦੀਆਂ। ਮੈਂ ਟ੍ਰਿਪਲ ਰਿਟੈਂਸ਼ਨ ਹੋਸਟਰਸ ਲੈਣਾ, ਇਹਦਾ ਮਤਲਬ ਕਿ 3 ਚੀਜ਼ਾਂ ਕਰਨੀਆਂ ਪੈਂਦੀਆਂ ਜੇ ਤੁਸੀਂ ਗਨ ਨੂੰ ਬਾਹਰ ਕੱਢਣਾ ਆ। ਤੇ ਮੈਂ ਕੀ ਕਰਦਾ ਆ ਕਿ ਮੈਂ 2 ਸਿਸਟਮਸ ਉਹਦੇ ਵਿੱਚੋਂ ਕੱਢ ਦਿੰਦਾ ਆ। ਉਹ ਸਿਸਟਮਸ ਕਿਹੜੇ ਹੁੰਦੇ ਆ, ਜਿਹੜੀ ਇੱਕ ਜੇ ਤੁਹਾਡੇ ਕੋਲ ਰੈੱਡ ਡਾਟ ਦਾ ਕੈਪ ਆ, ਉਹ ਕੈਪ ਵੀ ਮੈਂ ਲਾ ਦਿੰਦਾ ਆ, ਜ਼ਰੂਰੀ ਨਹੀਂ ਕਿ ਤੁਸੀਂ ਵੀ ਲਾਓ। ਤੇ ਜਿਹੜੀ ਚੀਜ਼ ਆ, ਇਹ ਬੇਸਿਕਲੀ ਡਿਜ਼ਾਈਨ ਆ ਕਿ ਤੁਸੀਂ ਪਹਿਲਾਂ ਆਪਣੇ ਅੰਗੂਠੇ ਦੇ ਨਾਲ ਇਹਨੂੰ ਅੱਗੇ ਕਰੋਗੇ, ਰਾਈਟ, ਇਹ ਇਦਾਂ ਉੱਤੇ ਲੂਪ ਲੱਗਾ ਹੈ, ਰਾਈਟ, ਇਹਨੂੰ ਅੱਗੇ ਕਰੋਗੇ। ਫਿਰ ਇੱਧਰ ਇੱਕ ਜਿਹੜਾ ਲੈਵਰ ਹੁੰਦਾ ਆ, ਇਹ ਪੁਰਾਣਾ ਹੋਸਟਰ ਆ, ਇਹਦੇ ਵਿੱਚ ਲੈਵਰ ਨਹੀਂ ਲੱਗਦਾ, ਉਹ ਲੈਵਰ ਨੱਪੋਗੇ ਫਿਰ ਇਹ ਬਾਹਰ ਨਿਕਲੂਗੀ। ਸੋ ਰੈੱਡ ਡਾਟ ਦੀ ਟੋਪੀ ਨੂੰ ਹਿਲਾ ਕੇ, ਇਹਨੂੰ ਅੱਗੇ ਹਿਲਾ ਕੇ, ਉਹਨੂੰ ਪਿੱਛੇ ਨੱਪ ਕੇ ਫਿਰ ਗਨ ਨੇ ਨਿਕਲਣਾ। ਜਿਹੜੇ ਪੁਰਾਣੇ ਹੋਸਟਰ ਆ, ਇਹ ਵੀ ਸਫਾਰੀਲੈਂਡ ਆ, ਇਹਨੂੰ
ਅੱਗੇ ਕਰਕੇ ਤੇ ਗਨ ਨੂੰ ਪਿੱਛੇ ਨੂੰ ਟਵਿਸਟ ਕਰਨਾ ਪੈਂਦਾ, ਫੇਰ ਨਿਕਲਦੀ ਆ। ਇਦਾਂ ਦੇ ਹੋਣੇ ਮੇਰੇ ਖਿਆਲ ਨਾਲ, ਆਈ ਡੋਂਟ ਥਿੰਕ ਦੇ ਮੇਕ ਇਟ ਐਨੀ ਮੋਰ, ਮੇਬੀ ਪੁਲਿਸ ਡਿਪਾਰਟਮੈਂਟ ਦੇ ਲਈ ਸਪੈਸ਼ਲ ਰਿਕੁਐਸਟ ਦੇ ਵਿੱਚ ਬਣਾਉਂਦੇ ਹੋਗੇ। ਰਿਟੈਂਸ਼ਨ ਹੋਣੀ ਚਾਹੀਦੀ ਆ। ਸੋ ਇਦਾਂ ਕਰੋ, ਤੁਸੀਂ ਦੇਖਿਆ ਨਾ ਇੱਥੇ ਸਕਰੂ ਲੱਗਾ ਇੱਧਰਲੇ ਬੰਨੇ, ਮੈਨੂੰ ਪਤਾ ਨਹੀਂ ਕਿ ਕੈਮਰਾ ਦੇਖ ਸਕਦਾ ਕਿ ਨਹੀਂ, ਇੱਧਰ ਵੀ ਸਕਰੂ ਲੱਗੇ। ਦੈਟਸ ਬਿਕਾਜ਼ ਜਿਹੜੀਆਂ ਉੱਤੇ ਸਪੈਸ਼ਲ ਚੀਜ਼ਾਂ ਲੱਗੀਆਂ ਸੀਗੀਆਂ ਉਹਨਾਂ ਨੂੰ ਮੈਂ ਲਾਤਾ, ਬਿਕਾਜ਼ ਮੈਨੂੰ ਬਸ ਆਹ ਬਟਨ ਚਾਹੀਦਾ। ਐਂਡ ਟਰਸਟ ਮੀ, ਤੁਸੀਂ ਸੋਚਦੇ ਹੋਵੋਗੇ ਕਿ ਯਾਰ ਇਹਦੇ ਨਾਲ ਮੈਂ ਸਲੋ ਹੋ ਜਾਣਾ, ਇੱਦਾਂ ਹੋ ਜਾਣਾ। No, if you practice, it's great. So Safariland ਦਾ ਹੋਸਟਰ normally $120 ਦਾ ਆਉਂਦਾ ਆ, 150 ਤੱਕ ਵੀ ਚਲੇ ਜਾਂਦੇ ਆ, ਯੂਜ਼ਡ ਮਾਰਕੀਟ ਦੇ ਵਿੱਚ ਵੀ ਮਿਲ ਜਾਂਦੇ ਆ। ਜਦੋਂ ਹੋਸਟਰ ਖਰੀਦਣਾ ਤੁਹਾਨੂੰ ਮੇਕ ਸ਼ੋਰ, ਅਗੇਨ ਹੋਸਟਰ ਵਾਲੀ ਵੀਡੀਓ ਦੇਖ ਲਓ, ਰਾਈਟ, ਪਰ ਮੇਕ ਸ਼ੋਰ ਕਿ ਲਾਈਟ ਤੁਸੀਂ ਇਹਦੇ ਉੱਤੇ ਲਾਉਣੀ ਆ ਜਾਂ ਨਹੀਂ ਲਾਉਣੀ, ਜੇ ਤੁਹਾਡੇ ਕੋਲ ਰੈੱਡ ਡਾਟ ਹੈਗਾ ਕਿ ਨਹੀਂ ਹੈਗਾ, ਉਹ ਤੁਹਾਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਦਿਖਾਉਣਾ ਪਵੇ। ਬਿਕਾਜ਼ ਜੇ ਰੈੱਡ ਡਾਟ ਆ ਤੇ ਤੁਸੀਂ ਉਹਦੇ 'ਤੇ ਕੱਟ ਨਹੀਂ ਹੈਗਾ, ਪੰਗੇ ਪੈ ਜਾਂਦੇ ਆ, ਉਹਨੇ ਵਿੱਚ ਫਿੱਟ ਨਹੀਂ ਹੋਣਾ। ਜੇ ਲਾਈਟ ਆ ਤੁਸੀਂ ਲਾਈ ਤੇ ਹੋਸਟਰ ਦੇ ਵਿੱਚ ਲਾਈਟ ਦੀ ਉਹਨਾਂ ਨੇ ਜਗ੍ਹਾ ਨਹੀਂ ਬਣਾਈ, ਉਹਨੇ ਫਿੱਟ ਨਹੀਂ ਹੋਣਾ, ਰਾਈਟ। ਇਟਸ ਕਾਮਨ ਸੈਂਸ, ਪਲੀਜ਼ ਬੀ ਕੇਅਰਫੁਲ। ਹੁਣ ਇਹਦੇ ਅੱਗੇ ਆ ਜਾਂਦੇ ਆ ਜੀ, ਮੈਂ ਆਪਣੇ ਲਈ ਆ ਇੱਕ ਨਾਈਫ। ਸੋ ਨੋਰਮਲੀ ਜਦੋਂ ਤੁਸੀਂ ਨਾਈਫ ਰਨ ਕਰਨੀ ਹੈ, ਐਂਡ ਅਗੇਨ ਆਈ ਯੂਜ਼ਡ ਵਨ ਆਫ ਥੀਸ, ਠੀਕ ਹੈ ਜੀ। ਉਹ ਨਾ ਲਿਓ ਜਿਹਦੇ ਥੱਲੇ ਬਟਨ ਹੁੰਦਾ ਆ। ਮੇਰੀ ਨਾਈਫ ਇਹ ਬੈਂਚਮੇਟ ਦੀ ਆਈ ਥਿੰਕ ਹੰਟਰ ਮਾਡਲ ਆ। ਇਹ ਮੈਂ $230 ਦੀ ਲਈ ਸੀਗੀ। ਇਹਦੇ ਨਾਲ ਆਹ ਸ਼ੀਥ ਆਈ ਸੀਗੀ, ਸ਼ੀਥ ਦੇ ਵਿੱਚ 2 ਮੋਹਰੀਆਂ ਸੀਗੀਆਂ ਤੇ ਮੈਂ ਉਹ ਮੋਹਰੀ ਦੇ ਨਾਲ ਇਹਨੂੰ ਅਟੈਚ ਕੀਤਾ, ਅਗੇਨ ਰੈੱਡ ਲੌਕ ਟਾਈਟ ਦੇ ਨਾਲ। ਯਾਰ ਬੋਲਿਆ ਨਹੀਂ ਜਾਂਦਾ ਯਾਰ, ਆਮ ਆਊਟ ਆਫ ਸ਼ੇਪ ਐਂਡ ਓਲਡ। ਉਹ ਤੋਂ ਅੱਗੇ ਨੋਰਮਲੀ ਮੈਂ ਮੱਟ ਦਾ, ਲੈਦਰਮੈਨ ਮੱਟ ਦਾ ਮਲਟੀ ਟੂਲ ਰੱਖਦਾ ਸੀਗਾ। ਉਹ ਥੋੜਾ ਭਾਰਾ ਹੋ ਜਾਂਦਾ ਆ, ਐਂਡ ਮੈਂ ਯਾਰ ਨੋਰਮਲੀ ਜੇਬ ਦੇ ਵਿੱਚ ਵੀ ਇੱਕ ਮਲਟੀ ਟੂਲ ਪਾਇਆ ਹੁੰਦਾ ਆ, ਐਂਡ ਉਹ ਹਲਕਾ ਆ। ਐਂਡ ਮੈਂ ਕਿਹਾ ਯਾਰ ਜੇ ਮੈਂ ਜੇਬ 'ਚ ਵੀ ਪਾਇਆ, ਇੱਥੇ ਪਾਉਣ ਦੀ ਕੀ ਜ਼ਰੂਰਤ ਆ, ਰਾਈਟ। ਪਰ ਜਿਹੜਾ ਮੱਟ ਆ ਨਾ, ਇਟਸ ਡਿਜ਼ਾਈਨ ਟੂ ਫਿਕਸ ਯੂਰ AR। ਸੋ ਮੈਂ ਆਪਣੇ ਕੀ ਉਹਨੂੰ ਕਹਿੰਦੇ ਆ, ਕੈਰੀਅਰ ਦੇ ਉੱਤੇ ਪਾਇਆ ਹੁੰਦਾ ਆ। ਉਹ ਵੀ ਮੈਂ ਹਰ ਇੱਕ ਕਲਾਸ ਦੇ ਵਿੱਚ ਲੈ ਕੇ ਜਾਂਦਾ, ਭਾਵੇਂ ਉਹਨੂੰ ਰਨ ਕਰਾਂ ਜਾਂਦਾ। ਉਹਦੇ ਬਾਰੇ ਵੀ ਮੈਂ ਇੱਕ ਮਾੜੀ ਜੀ ਗੱਲ ਕਰਨਾ ਚਾਹੁੰਦਾ ਸੀ। ਇਹਦੇ ਵਿੱਚ ਮੈਂ ਪਾਉਣਾ ਆ ਜੀ ਰੈਪਟਰ, ਐਂਡ ਆਈ ਡੋਂਟ ਨੋ ਕਿ ਕਿੰਨਾ ਚਿਰ ਮੈਂ ਇਹਨੂੰ ਲਾਈ ਰੱਖਣਾ ਜਾਂ ਨਹੀਂ। ਆਈ ਥਿੰਕ ਇਟਸ ਇੰਪੋਰਟੈਂਟ। ਇਹਦੇ ਨਾਲ ਤੁਸੀਂ ਜੋ ਮਰਜ਼ੀ ਕੱਟ ਕਰ ਲਓ। ਇੱਥੇ ਮੈਂ ਤਾਂ ਨਹੀਂ ਹੈਗਾ ਬਿਕਾਜ਼ ਮੈਂ ਉਹਦੇ ਉੱਤੇ ਸਿੱਖ ਆਰਮੀ ਲਿਖਾਉਣ ਨੂੰ ਆਪਣੇ ਦੋਸਤ ਨੂੰ ਦਿੱਤਾ ਆ ਕਿ ਲੇਜ਼ਰ ਦੇ ਨਾਲ ਉਹਦੇ ਉੱਤੇ ਸਿੱਖ ਆਰਮੀ ਲਿਖ ਦੇਵੇ, ਪਰ ਉਹ ਇੱਥੇ ਲੱਗੂਗਾ। ਐਂਡ ਥੋੜੀ ਜਿਹੀ ਜਗ੍ਹਾ ਮੇਰੇ ਪਿਛਲੇ ਬੰਨੇ ਹੈਗੀ ਆ। ਨੋਰਮਲੀ ਲੋਕੀ ਡੰਪ ਪਾਊਚ ਪਿਛਲੇ ਬੰਨੇ ਲਾਉਂਦੇ ਆ ਕਿ ਇਦਾਂ ਵਿੱਚ ਪਾਈ ਜਾਣ। ਮੈਂ ਯਾਰ ਇੰਨਾ ਫਲੈਕਸੀਬਲ ਨਹੀਂ ਹੈਗਾ, ਐਂਡ ਤਾਂ ਮੈਂ ਆਪਣਾ ਡੰਪ ਪਾਊਚ ਅਗਲੇ ਬੰਨੇ ਰੱਖਦਾ ਆ। ਰੈਪਟਰ ਆਉਂਦਾ ਆ ਆਈ ਥਿੰਕ $90 ਦਾ। ਆਹ ਜਿਹੜੀ ਨਾਈਫ ਆ, ਜ਼ਰੂਰੀ ਨਹੀਂ ਕਿ ਤੁਸੀਂ ਆਹ ਹੀ ਨਾਈਫ ਲਾਓ, ਬਸ ਹੋਣਾ ਚਾਹੀਦਾ ਕਿ ਉਹਦੇ ਉੱਤੇ ਸ਼ੀਥ ਲੱਗੀ ਹੋਵੇ, ਉਹ ਕਵਰ ਜਿਹਾ ਲੱਗਾ ਹੋਵੇ। ਜਿੱਦਾਂ ਇਹਦੇ ਉੱਤੇ ਵੀ ਮੈਂ ਉਹੀ ਨਾਈਫ ਰੱਖਦਾ ਆ ਤੇ ਇਹਦੇ ਉੱਤੇ ਵੀ ਉਹੀ ਕਵਰ ਲੱਗਾ ਆ। ਯੂ ਸ਼ੁਡ ਟਰਾਈ ਟੂ ਹੈਵ ਐਟ ਲੀਸਟ 2 ਬੈਲਟ ਸੈਟਅਪਸ, ਬਿਕਾਜ਼ ਇੱਕ ਘਰ ਰੱਖ ਲਓ, ਇੱਕ ਗੱਡੀ 'ਚ ਰੱਖ ਲਓ, ਜੇ ਜੰਗ ਲੜਨੀ ਪੈ ਜਾਵੇ ਬੰਦਾ ਲੜ ਲੈਂਦਾ। ਸੋ ਜੇ ਸ਼ੀਥ ਆਈ ਹੋਵੇ ਤੇ ਇਦਾਂ ਦੀ ਚੀਜ਼ ਤੁਹਾਨੂੰ ਲਾਈਕ 3 ਪੈਕ ਮਿਲ ਜਾਣਾ ਤੁਹਾਨੂੰ $15 ਦੇ ਵਿੱਚ, ਰਾਈਟ। ਜਸਟ ਮੇਕ ਸ਼ੋਰ, ਆਈ ਨੋ ਆਈ ਕੀਪ ਸੇਇੰਗ ਦ ਸੇਮ ਥਿੰਗ, ਮੇਰੀ ਵਾਲੀ ਗਲਤੀ ਨਾ ਕਰਿਓ। ਉਹ ਲਿਓ ਜਿਹੜਾ ਪਿੱਛੋਂ ਖੋਲ ਕੇ ਸਾਈਡਾਂ ਤੋਂ ਨੱਪ ਕੇ ਫੇਲ ਹੱਥਦਾ ਆ, ਅਦਰਵਾਈਜ਼ ਇਹਨੇ ਹਮੇਸ਼ਾ ਡਿੱਗੇ ਰਿਹਾ ਕਰਨਾ। ਜੋ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਨਹੀਂ ਵਰਤਣੀਆਂ, ਮੈਂ ਆਪਣੇ ਕੈਰੀਅਰ ਦੇ ਉੱਤੇ ਲਾ ਦਿੰਦਾ ਹਾਂ। ਜੇ ਕੈਰੀਅਰ ਦੇ ਉੱਤੇ ਲਾਇਆ, ਇਹਦਾ ਮਤਲਬ ਕਿ ਯਾਰ ਪੰਗਾ ਪੈ ਗਿਆ, ਆਪਾਂ ਲੜਨ ਚੱਲੇ ਆ, ਤੇ ਉਹਦੇ ਉੱਤੇ ਹੋਗਾ। ਸੋ ਉਹਦੇ ਉੱਤੇ ਮੈਂ ਮੈਡੀਕਿਟ ਵੀ ਰੱਖੀ ਹੁੰਦੀ ਆ। ਮੈਂ ਨੋਰਮਲੀ ਕਲਾਸਿਸ ਵਿੱਚ ਰਨ ਕਰਦਾ, ਸੋ ਮੈਨੂੰ ਪਤਾ ਹੈ ਕਿ ਸਭ ਤੋਂ ਡੇਂਜਰਸ ਚੀਜ਼ ਆ ਕਿ ਆਈ ਨੀਡ ਟੂ ਸਟਾਪ ਦ ਬਲੀਡ। ਸੋ ਮੈਂ ਟਰਨਕਿਟ ਲਾਈ ਆ। ਐਂਡ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਆ ਜਾਂ ਸਟਫਿੰਗ ਵਾਲਾ ਸਮਾਨ ਆ, ਵੂੰਡ ਸਟਫਿੰਗ ਦੇ ਵਿੱਚ ਬੈਂਡੇਡਸ ਹੋ ਗਈਆਂ, ਟੇਪ ਹੋ ਗਈ, ਗੌਜ਼ ਹੋ ਗਈਆਂ, ਉਹ ਮੈਂ ਆਪਣੇ ਕੈਰੀਅਰ ਦੇ ਵਿੱਚ ਰੱਖਿਆ। ਦੈਟ ਵਿਲ ਬੀ ਅ ਡਿਫਰੈਂਟ ਵੀਡੀਓ। ਇੱਕ ਚੀਜ਼ ਕਾਫੀ ਇੰਪੋਰਟੈਂਟ ਆ ਜੋ ਮੈਂ ਇਹਦੇ ਉੱਤੇ ਤੁਹਾਨੂੰ ਨਹੀਂ ਦਿਖਾਉਣ ਡਿਆ, ਜਿਹੜੀ ਮੈਂ ਪਿਛਲੀ ਕਲਾਸ ਦੇ ਵਿੱਚ ਸਿੱਖੀ ਸੀਗੀ, ਉਹ ਆ ਯਾਰ ਇੱਕ ਸੈਕੰਡਰੀ ਲਾਈਟ। ਸੋ ਨੋਰਮਲੀ ਤੁਹਾਡੇ ਪਿਸਟਲ ਦੇ ਉੱਤੇ ਲਾਈਟ ਹੋਣੀ ਚਾਹੀਦੀ ਆ ਜਾਂ ਕਰਨੀ ਤੁਹਾਨੂੰ ਚਾਹੀਦੀ ਆ। ਤੁਸੀਂ ਰਾਈਫਲ ਦੇ ਉੱਤੇ ਵੀ ਲਾਈਟ ਲਾਈ ਹੁੰਦੀ ਆ, ਪਰ ਯਾਰ ਆਪਾਂ ਕੀ ਕਰੀਦਾ ਜਦੋਂ ਆਪਾਂ ਕਲਾਸ ਦੇ ਵਿੱਚ ਜਾਂਦੇ ਆ ਨਾ, ਆਪਾਂ ਬੜੀ ਚੈੱਕ ਕਰੀਦਾ। ਸੋ ਲੈਟਸ ਸੇ ਆਪਾਂ ਸ਼ੂਟ ਕਰਨ ਡੇ, ਆਪਾਂ 15 ਜਾਣੇ ਆ ਸ਼ੂਟ ਕਰਨ ਡੇ ਆ, ਤੇ ਉਹ ਕਹੂਗੇ ਕਿ ਬੜੀ ਚੈੱਕ ਬੜੀ ਚੈੱਕ। ਇਹਦਾ ਮਤਲਬ ਕਿ ਆਪਣੀ ਗਨ ਨੂੰ ਕਲੀਅਰ ਕਰੋ, ਮੈਗਜ਼ੀਨ ਕੱਢੋ, ਚੇਂਬਰ ਨੂੰ ਰੈਕ ਕਰੋ, ਤੁਹਾਡੀ ਗੋਲੀ ਬਾਹਰ ਨਿਕਲੀ ਤੇ ਤੁਸੀਂ ਪਹਿਲੋਂ ਇੱਦਾਂ ਮੈਗਜ਼ੀਨ ਵੱਲ ਐਕਚੁਅਲੀ ਗਨ ਫੜ ਲੈਂਦੇ ਹੋ। ਸੋ ਬੇਸਿਕਲੀ ਤੁਸੀਂ ਗਨ, ਲੈਟਸ ਸੇ ਆਪਾਂ ਸ਼ੂਟ ਕਰਨ ਡੇ ਸੀਗੇ ਐਂਡ ਉਹ ਕਹਿੰਦੇ ਕਿ ਆਲਰਾਈਟ ਕਲੀਅਰ ਯੂਰ ਵੈਪਨ, ਸ਼ੋ ਕਲੀਅਰ ਬੜੀ ਚੈੱਕ। ਸੋ ਆਪਾਂ ਗਨ ਨੂੰ ਪੂਰਾ ਪਿੱਛੇ ਰੈਕ ਕਰ ਦੇਣਾ, ਮੈਗਜ਼ੀਨ ਕੱਢ ਕੇ ਰਾਈਟ ਉਹਨੂੰ ਪਿੱਛੇ ਕਰ ਦੇਣਾ, ਮੈਗਜ਼ੀਨ ਨਿਕਲ ਗਿਆ ਤੇ ਆਪਾਂ ਆਪਣੇ ਪਾਰਟਨਰ ਨੂੰ ਦਿਖਾਉਣਾ ਆ, ਰਾਈਟ। ਇੱਧਰ ਵੀ ਕੋਈ ਆ, ਇੱਧਰ ਵੀ ਕੋਈ ਆ।
ਸੋ ਮੈਂ ਇਦਾਂ ਕਰਨਾ, ਉਹਨੇ ਇੱਥੇ ਹੱਥ ਲਾ ਕੇ ਦੇਖਣਾ ਕਿ ਮੈਗਜ਼ੀਨ ਨਹੀਂ ਹੈਗਾ। ਈਵਨ ਦੋ ਤੁਸੀਂ ਅੱਖਾਂ ਨਾਲ ਦੇਖ ਸਕਦੇ ਆ, ਤੁਸੀਂ ਅੱਖਾਂ ਨਾਲ ਵੀ ਦੇਖਣਾ ਚਾਹੁੰਦੇ ਆ ਤੇ ਹੱਥ ਲਾ ਕੇ ਵੀ ਦੇਖਣਾ ਚਾਹੁੰਦੇ ਆ, ਕਿਉਂਕਿ ਗਲਤੀ ਯਾਰ ਹੋ ਜਾਂਦੀ ਆ, ਐਂਡ ਆਲ ਟੈਲ ਯੂ ਵਾਈ। ਤੇ ਫਿਰ ਉਹਨਾਂ ਨੇ ਬੈਰਲ ਦੇ ਵਿੱਚ ਹੱਥ ਲਾ ਕੇ ਵੀ ਇਦਾਂ ਦੇਖਣਾ, ਤੇ ਫਿਰ ਮੈਂ ਇਦਾਂ ਇਹਨੂੰ ਟਵਿਸਟ ਕਰਕੇ ਆਪਣੇ ਗੁਆਂਢੀ ਨੂੰ ਦਿਖਾਉਣਾ, ਤੇ ਫਿਰ ਇਦਾਂ ਕਰਕੇ ਉੱਤੋਂ ਵੀ ਦਿਖਾਉਣਾ, ਰਾਈਟ। ਮੈਂ ਕਦੀ ਇਦਾਂ ਨਹੀਂ ਕਰਨਾ, ਲਾਈਕ ਘੁੰਮ ਨਹੀਂ ਸਕਦਾ। ਅਗੇਨ ਆਈ ਨੋ ਆਮ ਗੈਟਿੰਗ ਇਨਟੂ ਡੀਟੇਲਸ, ਬਟ ਭੁਪਿੰਦਰ ਭਾਜੀ ਆਪਣੀ ਉਹਨਾਂ ਦੀ ਸਕਾਰ ਸੀਗੀ, ਤੇ ਉਹਨਾਂ ਨੇ ਮੈਗਜ਼ੀਨ ਕੱਢਿਆ, ਤੇ ਇਦਾਂ ਜਦੋਂ ਮੈਂ ਪਿੱਛੇ ਨੂੰ ਰੈਕ ਨਹੀਂ ਕੀਤਾ, ਉਹਨਾਂ ਨੇ ਇਦਾਂ ਕੀਤਾ ਸ਼ੋਅ ਕਲੀਅਰ ਕਰਨ ਨੂੰ ਆਪਣੇ ਪਾਰਟਨਰ ਨੂੰ, ਤੇ ਉਹ ਗੋਲੀ ਯਾਰ ਉਹਨਾਂ ਦੀ ਬੋਲਟ ਦੇ ਉੱਤੇ ਲੱਗੀ ਸੀਗੀ, which was strange। ਸੋ ਮਤਲਬ ਗੋਲੀ ਪੂਰੀ ਪਿੱਛੇ ਆ ਗਈ ਤੇ ਬੋਲਟ ਦੇ ਉੱਤੇ ਖਲੋਤੀ ਆ। ਸੋ ਜਦੋਂ ਉਹਨਾਂ ਨੇ ਫਿਰ ਇਹਨੂੰ ਡ੍ਰੌਪ ਕਰ ਦੇਣਾ ਸੀਗਾ, ਲਾਈਕ ਇਦਾਂ ਡ੍ਰੌਪ ਕਰ ਦੇਣਾ ਸੀ, ਕਿਸੇ ਨੂੰ ਪਤਾ ਨਹੀਂ ਲੱਗਣਾ ਸੀਗਾ, ਤੇ ਗੋਲੀ ਵਿੱਚ ਰਹਿ ਜਾਣੀ ਸੀ। ਭੁਪਿੰਦਰ ਭਾਜੀ ਨੂੰ ਲੱਗਾ ਉਹਨਾਂ ਨੇ ਕਲੀਅਰ ਕਰਤੀ ਆ, ਪਰ ਲਕਲੀ ਜਿਹੜਾ ਨਾਲ ਦਾ ਪਾਰਟਨਰ ਸੀਗਾ ਉਹ ਲਾਈਟ ਵਰਤ ਕੇ ਕਰਨ ਡਿਆ ਸੀਗਾ। ਤੁਸੀਂ ਹੱਥ ਨਾਲ ਵੀ ਕਰ ਸਕਦੇ ਸੀਗੇ, ਰਾਈਟ, ਹੱਥ ਨਾਲ ਵੀ ਪਤਾ ਲੱਗ ਜਾਣਾ ਸੀਗਾ। ਲਾਈਟ ਬਹੁਤ ਘੱਟ ਸੀਗੀ, ਆਈ ਥਿੰਕ ਉਸ ਲਾਈਕ 6 PM। ਸਾਡੇ ਕੈਮਰੇ ਵੀ ਮੈਂ ਕੁਝ ਰਿਕਾਰਡ ਵੀ ਨਹੀਂ ਕਰ ਸਕਿਆ ਉਹਦੇ ਵਿੱਚ, ਬਿਕਾਜ਼ ਮੈਂ ਕੈਮਰੇ ਤੇ ਹੀ ਕਹਿਤਾ ਸੀਗਾ ਕਿ ਸੌਰੀ ਇਟਸ ਗੈਟਿੰਗ ਟੂ ਡਾਰਕ, ਕੈਮਰਾ ਕੁਝ ਕਰ ਹੀ ਨਹੀਂ ਸਕਦਾ। ਲਕਲੀ ਪਾਰਟਨਰ ਹੈਡ ਅ ਲਾਈਟ, ਉਹ ਵੀ ਮਾਰਨ ਡਿਆ ਸੀਗਾ, ਤੇ 2 ਜਾਣੇ ਸੀਗੇ ਇੱਧਰ ਖਲੋਤੇ, ਐਂਡ ਵਨ ਆਫ ਦ ਗਾਇਜ਼ ਸੌ ਇਟ, ਠੀਕ ਹੈ ਜੀ। ਵੈਰੀ ਇੰਪੋਰਟੈਂਟ ਦੈਟ ਲਾਈਟ। ਸੋ ਇਹਦੇ ਉੱਤੇ ਮੈਂ ਇੱਕ ਛੋਟੀ ਲਾਈਟ ਲਾਉਂਗਾ, ਹਜੇ ਡਿਸਾਈਡ ਨਹੀਂ ਕੀਤਾ। ਮੇਰੇ ਕੋਲ ਇੱਕ ਫੀਨਿਕਸ ਲਾਈਟ ਹੈਗੀ ਆ, ਉਹ ਮੈਂ ਇਹਦੇ ਉੱਤੇ ਲਾ ਦੇਣੀ ਆ। ਉਹ ਛੋਟੀ ਆ ਐਡੀ ਕੁ, ਉਹਨੇ ਇੱਕ ਮੌਲੀ ਦੇ ਸਟ੍ਰੈਪ ਦੇ ਵਿੱਚੋਂ ਹੀ ਲੰਘ ਜਾਣਾ। ਸੋ ਮੇਰੇ ਅਗਲੇ ਬੰਨੇ ਇੱਕ ਫ੍ਰੀ ਸਟ੍ਰੈਪ ਹੈਗੀ ਆ, ਮੈਂ ਇੱਥੇ ਲਾਈਟ ਲਾ ਦੇਣੀ ਕਿ ਈਜ਼ੀਲੀ ਐਕਸੈਸਿਬਲ ਹੋਵੇ, ਤੇ ਜੇ ਮੈਨੂੰ ਕਦੀ ਲੋ ਲਾਈਟ ਦੇ ਵਿੱਚ ਕੁਛ ਚੀਜ਼ ਚੈੱਕ ਕਰਨੀ ਪੈ ਗਈ ਤੇ ਐਟ ਲੀਸਟ ਆਈ ਹੈਵ ਅ ਸਮੌਲ ਲਾਈਟ ਵਿਦ ਮੀ। ਜੇ ਤੁਸੀਂ ਕੋਈ ਚੈਸਟ ਰਿਗ ਨਹੀਂ ਸੈਟਅਪ ਕੀਤੀ, ਤੁਹਾਡੀ ਸੈਕੰਡਰੀ ਕੋਈ ਚੀਜ਼ ਨਹੀਂ ਹੈਗੀ, ਆਈ ਥਿੰਕ ਮੈਡ ਕਿਟ ਵੀ ਇਹਦੇ ਉੱਤੇ ਜ਼ਰੂਰੀ ਆ। ਤੁਸੀਂ ਦੇਖੋਗੇ ਜਿਹੜੇ EMS ਵਾਲੇ ਹੁੰਦੇ ਆ, ਜਾਂ ਯੂ ਨੋ ਨਰਸਿਸ, ਡਾਕਟਰਸ, ਬਲਾ ਬਲਾ ਬਲਾ, ਪੁਲਿਸ ਵਾਲੇ, ਦੇ ਵਿਲ ਯੂਜਲੀ ਰਨ ਇਟ। ਆਈ ਥਿੰਕ ਵਨ ਡੇ ਮੈਂ ਵੀ ਕਰੂੰਗਾ। ਪੰਗਾ ਇਹ ਆ ਕਿ ਜੇ ਇਹ ਚੀਜ਼ ਬਾਲੀ ਵੱਡੀ ਹੋ ਜਾਵੇ, ਤੁਸੀਂ ਸਾਈਡ ਤੇ ਜਾਣਾ ਆ, ਤੁਸੀਂ ਲੰਮੇ ਪੈਣਾ, ਤੁਸੀਂ ਗੱਡੀ ਦੇ ਵਿੱਚ ਗਏ, ਬਾਹਰ ਨਿਕਲੇ, ਇਹ ਚੀਜ਼ਾਂ ਫਸਣੀਆਂ ਹੀ ਫਸਣੀਆਂ ਆ। ਸੋ ਆਈ ਥਿੰਕ ਇੱਕ ਫਾਈਨ ਲਾਈਨ ਹੁੰਦੀ ਆ ਜਿੱਥੇ ਤੁਹਾਨੂੰ ਦੇਖਣਾ ਪਊਗਾ ਕਿ ਯਾਰ ਮੈਨੂੰ ਕੀ ਚਾਹੀਦਾ, ਕੀ ਨਹੀਂ ਚਾਹੀਦਾ। ਆਈ ਥਿੰਕ ਜੋ ਮੈਂ ਚੀਜ਼ਾਂ ਦਿਖਾਈਆਂ ਆ, ਬਿਸਾਈਡਸ ਉਹ ਜਿਹੜੀ ਕੈਂਚੀ ਜਿਹਨੂੰ ਰੈਪਟਰ ਕਹਿ ਲਓ, ਆਈ ਥਿੰਕ all of that is necessary। all of that is necessary, if not ਇਹ ਤੋਂ ਜ਼ਿਆਦੀਆਂ ਹੋਣੀਆਂ ਚਾਹੀਦੀਆਂ। ਅਗੇਨ ਜਿੱਦਾਂ ਮੈਂ ਤੁਹਾਨੂੰ ਦੱਸਦਾ ਸੀਗਾ, ਹਰ ਕੋਈ ਚੀਜ਼ ਬਦਲੀ ਜਾਣੀ ਆ। ਅੱਜ ਤੁਸੀਂ ਆਹ ਚੀਜ਼ ਦੇਖ ਲਈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਯਾਰ ਕਿੰਨੇ ਕੁ ਪੈਸੇ ਲੱਗਣੇ। ਲਾਈਟ ਜਿਹੜੀ ਫੀਨਿਕਸ ਦੀ ਆ ਤੁਹਾਨੂੰ $30 ਦੀ ਮਿਲ ਜਾਣੀ ਆ, ਜੇ ਤੁਸੀਂ ਵਧੀਆ ਕੰਪਨੀ ਦੀ ਲੈਣੀ ਚਾਹੁੰਦੇ ਆ। ਤੇ ਹੁਣ ਆਈ ਥਿੰਕ ਕਲਾਊਡ ਡਿਫੈਂਸ ਵੀ ਬਣਾਉਣ ਲੱਗ ਪਈ ਆ। ਦੇ ਡੋਨਟ ਮੇਕ ਇਟ ਦੈਮਸੈਲਵ, ਦੇ ਜਸਟ ਪੁੱਟ देयर ਲੋਗੋ ਔਨ ਇਟ। ਬਣੀ ਚਾਈਨਾ ਦੀ ਹੁੰਦੀ ਆ, ਪਰ $50 ਦੀ ਉਹ ਆ ਜਾਂਦੀ ਆ। I'm probably gonna get one of those। and ਮੈਂ ਸੋਚਣ ਡਿਆ ਯਾਰ ਹੋਰ ਕੀ ਕਹਿਣ ਵਾਲਾ। ਓ ਯਾ, ਜੇ ਤੁਸੀਂ ਹੋਸਟਰ ਕਦੀ ਵੀ ਖਰੀਦਿਆ, ਅਗੇਨ ਡਾਇਰੈਕਸ਼ਨਲ ਹੁੰਦਾ ਆ, ਤੁਸੀਂ ਰਾਈਟ ਹੈਂਡਡ ਆ, ਲੈਫਟ ਹੈਂਡਡ ਆ, ਫਰਕ ਪੈਂਦਾ, ਰਾਈਟ। ਮੇਕ ਸ਼ੋਰ ਜੇ ਤੁਸੀਂ ਕੋਈ ਹੋਸਟਰ ਲੈਣਾ ਆ ਤੇ ਤੁਹਾਨੂੰ ਪਤਾ ਆ ਕਿ ਯਾਰ ਤੁਸੀਂ ਇਹਨੂੰ ਫਰੰਟ ਫੇਸਿੰਗ ਆ ਯੂਨੀਵਰਸਲ ਆ, ਤੁਸੀਂ ਅਗਲੇ ਬੰਨੇ ਨੂੰ ਵੀ ਕਰ ਸਕਦੇ, ਪਿਛਲੇ ਬੰਨੇ ਵੀ। ਕਈ ਹੁੰਦੇ ਆ ਜਿਹੜੇ ਨਹੀਂ ਕਰ ਸਕਦੇ ਤੁਸੀਂ, ਰਾਈਟ। ਸੋ ਜੇ ਤੁਸੀਂ ਕੋਈ ਡੈਡੀਕੇਟਿਡ ਲਾਈਕ ਮੋਲਡਡ ਹੋਸਟਰ ਲੈ ਲਿਆ ਹੈ, ਜਾਂ ਮੈਗਜ਼ੀਨ ਹੋਸਟਰ ਲੈ ਲਿਆ, ਐਂਡ ਯੂ ਨੋ ਕਿ ਯਾਰ ਲਾਈਕ ਮੈਂ ਇਹਨੂੰ ਇੱਧਰਲੇ ਬੰਨੇ ਰੱਖਣਾ ਆ, ਤੇ ਤੁਹਾਡੀ ਰਾਈਫਲ ਦਾ ਮੈਗਜ਼ੀਨ ਪਿਛਲੇ ਬੰਨੇ ਨੂੰ ਹੋਣਾ ਚਾਹੀਦਾ, ਤੇ ਉੱਥੇ ਆਪਸ਼ਨ ਹੋਣਾ ਚਾਹੀਦਾ। So make sure you read that option, unless universal है, कोई direction नहीं हैगी, it's not directional, then खिच्चो काम, but otherwise make sure you get the right stuff। जे तुसी इदां दे होस्टर खरीदण ਲੱਗ ਪਏ, again ਜਿੱਦਾਂ ਮੈਂ ਤੁਹਾਨੂੰ ਕਹਿੰਦਾ ਸੀ ਨਾ, ਲੂਪ, ਆਹ ਲੂਪ ਦੇਖ ਲਓ, it's an inch and a half। ਜੇ ਮੈਂ ਇਹਨੂੰ ਆਹ ਬੈਲਟ ਦੇ ਉੱਤੇ ਲਾਉਣਾ ਚਾਹਾਂ, ਮੈਂ ਲਾ ਵੀ ਨਹੀਂ ਸਕਦਾ। A lot of mistakes can be made, ਮੈਂ ਕੀਤੀਆਂ ਵੀ ਆ, ਤੁਸੀਂ ਇਹਨਾਂ ਤੋਂ ਬਚੋ। So I don't know what the total is, I'll write the total of my setup right here, if that, including like, you know, obviously ਤੁਸੀਂ ਜ਼ਰੂਰੀ ਨਹੀਂ ਆ ਕਿ $200 ਦੀ ਨਾਈਫ ਲਓ ਯਾਰ, $50 ਦੀ ਨਾਈਫ ਲੈ ਲਓ, 40-30 ਦੀਆਂ ਵੀ ਆ ਜਾਂਦੀਆਂ, ਰਾਈਟ, ਜੇ ਰੱਖਣੀਆਂ ਤੇ। ਸੋ ਇੱਦਾਂ ਹੀ ਮੈਂ 1-2 ਹੋਰ ਵੀਡੀਓਜ਼ ਬਣਾ ਦੂੰਗਾ ਡੀਟੇਲ ਦੇ ਵਿੱਚ। ਚੈਸਟ ਰਿਗ ਮੇਰੀ ਹਜੇ ਪੂਰੀ ਕੰਪਲੀਟਡ ਨਹੀਂ ਆ, ਮੈਂ ਉਹਦੇ ਨਾਲ ਖੁਸ਼ ਨਹੀਂ ਆ ਕਿ ਮੈਂ ਤੁਹਾਨੂੰ ਕਹਿ ਸਕਾਂ ਕਿ ਹਾਂ ਬਈ ਦੇਖੋ ਮੈਂ ਸਾਰਾ ਕੁਝ ਫਿਗਰ ਆਊਟ ਕਰ ਲਿਆ। ਆਈ ਥਿੰਕ ਯੂ ਕੈਨ ਹੈਵ ਟੂ ਵੇਟ ਔਨ ਦੈਟ। ਰਾਈਫਲਸ ਦੀ ਸੈਟਅਪ ਤਾਂ ਦਿਖਾਈ ਸੀਗੀ। ਸੋ ਆਈ ਥਿੰਕ ਜੇ ਕੋਈ ਇੰਪੋਰਟੈਂਟ ਟੌਪਿਕ ਕੋਈ ਵੀਰ ਮੰਗੂਗਾ, ਆਈ ਵਿਲ ਡੈਫੀਨੇਟਲੀ ਕਵਰ ਇਟ। ਪਰ ਹੌਲੀ ਹੌਲੀ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਕਲਾਸਿਸ ਦੇ ਵਿੱਚ ਵੜੋ। ਮੈਂ ਤੁਹਾਨੂੰ ਸਾਰੀ ਆਪਣੀ ਜਰਨੀ ਦਿਖਾਈ ਆ, ਤੁਸੀਂ ਦੇਖ ਸਕਦੇ ਆ ਕਿ ਮੈਂ ਕਿੱਦਾਂ ਬਿਹੇਵ ਕਰਦਾ ਸੀਗਾ, ਕਿੱਥੇ ਤੱਕ ਪਹੁੰਚਿਆ ਆ। ਆਈ ਹੋਪ ਯੂ ਕੈਨ ਸੀ ਐਨ ਇੰਪਰੂਵਮੈਂਟ, ਕਿ ਤੁਹਾਨੂੰ ਲੱਗਾ ਹੋਵੇ ਕਿ ਯਾਰ ਹਾਂ ਮੁੰਡਾ ਤਕੜਾ ਹੋਣ, ਬੰਦਾ ਤਕੜਾ ਹੋਣ ਡਿਆ, ਬੁੱਢਾ ਹੋ ਗਿਆ, ਚਿੱਟੇ ਵਾਲ, ਹਜੇ ਵੀ ਆਪਣੇ ਆਪ ਨੂੰ ਮੁੰਡਾ ਕਹਿੰਦਾ, ਸ਼ਰਮ ਨਹੀਂ ਆਉਂਦੀ।
ਸੋ ਹੋਪ ਤੁਹਾਨੂੰ ਮੇਰੇ ਵਿੱਚ ਕੁਝ ਗਰੋਥ ਦਿਖਦੀ ਹੋਵੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।